ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਹਿਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸਮਤ। ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਬਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਸ ਕਰੋੜ ਜਲੇਸ਼। ਕਹੂੰ ਸ਼ਸਤਰ ਧਾਰੀ, ਕਹੂੰ ਵਿਦਿਆ ਕੇ ਵਿਚਾਰੀ। ਕਹੂੰ ਮਾਰਤ ਆਹਾਰੀ, ਕਹੂੰ ਨਾਰ ਕੇ ਨਕੇਤ ਹੋ। ਕਹੂੰ ਦੇਵ ਬਾਣੀ, ਕਹੂੰ ਸਾਰਦਾ ਭਵਾਨੀ। ਕਹੂੰ ਮੰਗਲਾ ਮੇੜਾਨੀ, ਕਹੂੰ ਸਿਆਮ ਕਹੂੰ ਸੇਤ ਹੋ। ਕਹੂੰ ਧਰਮ ਧਾਮੀ, ਕਹੂੰ ਸਰਬ ਠੌਰ ਗਾਮੀ। ਕਹੂੰ ਜਤੀ ਕਹੂੰ ਕਾਮੀ, ਕਹੂੰ ਦੇਤ ਕਹੂੰ ਲੇਤ ਹੋ। ਕਹੂੰ ਵੇਦ ਰੀਤ, ਕਹੂੰ ਤਾਂਸੁ ਵਿਪਰੀਤ। ਕਹੂੰ ਤਿਰਗੁਣ ਅਤੀਤ, ਕਹੂੰ ਸੁਰ ਗੁਣ ਸਮੇਤ ਹੋ। ਮੁਖ ਊਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਕਹਿਓ ਪ੍ਰਭੂ ਸੋ ਭਾਖਹੁ। ਕਿਸੋ ਨਾ ਕਾਨ ਰਾਖਹੁ, ਕਿਸੋ ਨਾ ਭੇਖ ਭੀਜਹੁ। ਅਲੇਖ ਬੀਜ ਬੀਜਹੁ, ਕਹਿਓ ਪ੍ਰਭੂ ਸੋ ਭਾਖਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ
ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਤਿਕਾਰ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵਡਭਾਗੀ ਹੋ ਜੋ ਰੋਜ਼ਾਨਾ ਹੀ ਨਿਤਨੇਮ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਸੁਣ ਕੇ ਸਿਮਰਨ ਕਰਕੇ ਲਾਹਾ ਲੈਂਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਦਰਸ਼ਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਸਫਲਾ ਕਰਦੇ ਹਨ। ਗੁਰੂ ਮਹਾਰਾਜ ਜੀ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਤਿਲ ਫੁੱਲ ਭੇਟਾ ਗੁਰੂ ਜੀ ਨੂੰ ਅਰਪਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਵੀ ਸਿੱਖਾਂ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਦੇ ਹਨ। ਸੋ ਸਾਧ ਸੰਗਤ ਜੀ, ਜੋ ਆਪਾਂ ਕਲਗੀਧਰ ਪਿਤਾ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਬਚਿੱਤਰ ਨਾਟਕ ਦੀ ਕਥਾ ਵਿਚਾਰ ਲੜੀਵਾਰ ਰੂਪ ਵਿੱਚ ਕਰ ਰਹੇ ਹਾਂ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਥਾ ਆਪ ਲਿਖੀ ਹੈ ਕਿ ਸਾਡੇ ਆਉਣ ਦਾ ਕਾਰਨ ਕੀ ਸੀ, ਅਸੀਂ ਕਿੱਥੇ ਤਪ ਕੀਤਾ, ਸਾਨੂੰ ਕਿਵੇਂ ਪਰਮੇਸ਼ਰ ਨੇ ਲਿਆਂਦਾ, ਕਿਵੇਂ ਮਾਤ ਲੋਕ 'ਤੇ ਭੇਜਿਆ, ਕਿਹਨਾਂ ਕਾਰਨਾਂ ਕਰਕੇ ਭੇਜਿਆ, ਉਹ ਸਾਰੇ ਸਤਿਗੁਰੂ ਜੀ ਨੇ ਆਪਣੀ ਇਸ ਬਚਿੱਤਰ ਨਾਟਕ ਬਾਣੀ ਦੇ ਵਿੱਚ ਦੱਸਿਆ ਹੈ। ਮਹਾਰਾਜ ਜੀ ਨੇ ਦੱਸਿਆ ਵੀ ਸਾਰੇ ਜਿਹੜੇ ਅਵਤਾਰ ਵੱਡੇ ਵੱਡੇ ਸਿੱਧ ਆਏ, ਪਰ ਕਿਸੇ ਨੇ ਵੀ ਪਰਮੇਸ਼ਰ ਦਾ ਨਾਮ ਨਾ ਜਪਾਇਆ। ਸਭ ਨੇ ਆਪੋ ਆਪਣਾ ਹੀ ਨਾਮ ਜਪਾਇਆ, ਆਪੋ ਆਪਣੀ ਵਡਿਆਈ ਵਿੱਚ ਫਸ ਗਏ। ਹਰ ਕੋਈ ਕਹਿੰਦਾ ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਮੈਂ ਹੀ ਠਾਕੁਰ ਹਾਂ। ਜਿਸ ਕਰਕੇ ਜੋ ਸਹੀ ਰੂਪ ਵਿੱਚ ਵਾਹਿਗੁਰੂ ਦਾ ਸਤਿਨਾਮ ਜਪਾਉਣਾ ਸੀ ਉਹ ਨਾ ਜਪਾਇਆ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਸਤਿਗੁਰੂ ਜੀ ਨੂੰ ਕਿਹਾ, ਉਹ ਲਿਖਿਆ ਹੋਇਆ ਅਕਾਲ ਪੁਰਖ ਬਾਚ, ਕਿ ਸਾਨੂੰ ਅਕਾਲ ਪੁਰਖ ਨੇ ਬਚਨ ਕਹੇ ਕਿ ਹੇ ਦੁਸ਼ਟ ਦਮਨ ਜੀ, ਮਹਾਨ ਤਪਸਵੀ, ਅਸੀਂ ਤੁਹਾਨੂੰ ਆਪਣਾ ਪੁੱਤਰ ਨਵਾਜ ਕੇ ਇਸ ਮਾਤ ਲੋਕ 'ਤੇ ਭੇਜਦੇ ਹਾਂ, ਅਤੇ ਜੋ ਸ਼ੁੱਧ ਪੰਥ ਅਕਾਲੀ ਪੰਥ ਉਸ ਦਾ ਤੁਸਾਂ ਨੇ ਪ੍ਰਚਾਰ ਕਰਨਾ, ਉਹਨੂੰ ਪ੍ਰਚਲਿਤ ਕਰਨਾ, ਪ੍ਰਫੁੱਲਤ ਕਰਨਾ, ਇਸੇ ਕਰਕੇ ਤੁਹਾਨੂੰ ਸਾਜਿਆ ਨਵਾਜਿਆ ਸਿਰਜਿਆ ਹੈ। ਤੁਸੀਂ ਜਾ ਕੇ ਮਾਤ ਲੋਕ 'ਤੇ ਧਰਮ ਚਲਾਓ। ਜਿਹੜੇ ਕੋਈ ਖੋਟੀ ਬੁੱਧੀ ਵਾਲੇ ਲੋਕ ਪੁਰਸ਼ ਹਨ, ਉਹਨਾਂ ਨੂੰ ਕੁਬੁੱਧ ਕਰਨ ਤੋਂ ਹਟਾਓ। ਉਸ ਵੇਲੇ ਖਾਲਸਾ ਜੀ ਅਸਾਂ ਨੇ ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਜੋ ਰੋਜ਼ ਹੀ ਰਹਿਰਾਸ ਸਾਹਿਬ 'ਚ ਪੜ੍ਹਦੇ ਹਾਂ। ਵੀ ਅਸਾਂ ਨੇ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਗੱਲ ਕਹੀ, ਸੀਸ ਆਪਣਾ ਨਿਭਾ ਕੇ ਕਿ ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਇਹ ਮਹਾਕਾਲ ਅਕਾਲ ਪੁਰਖ ਵਾਹਿਗੁਰੂ, ਇਹ ਖਾਲਸਾ ਪੰਥ, ਸ਼ੁੱਧ ਪੰਥ, ਅਕਾਲੀ ਪੰਥ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋਗੇ, ਤਾਂ ਤੁਹਾਡੀ ਕਿਰਪਾ ਨਾਲ ਹੀ ਚੱਲੇਗਾ। ਇਵੇਂ ਮਹਾਰਾਜ ਨੇ ਦੱਸਿਆ ਵੀ ਖਾਲਸਾ ਜੀ ਇਸੇ ਕਾਰਨ ਸਾਨੂੰ ਭੇਜਿਆ। ਫਿਰ ਅਸੀਂ ਜਿਹੜਾ ਅਵਤਾਰ ਧਾਰ ਕੇ ਅਤੇ ਮਾਤ ਲੋਕ 'ਤੇ ਆਏ। ਅਤੇ ਇਸ ਇੱਕ ਗੱਲ ਅਸੀਂ ਦੱਸ ਦਈਏ ਵੀ ਜਿਵੇਂ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਉਸੇ ਤਰ੍ਹਾਂ ਹੀ ਕਹਾਂਗੇ, ਅਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਾਂਗੇ। ਇੱਕ ਤਾਂ ਹੁੰਦਾ ਨਾ ਵੈਰ ਵਿਰੋਧ ਨਾ ਕਿਸੇ ਨੂੰ ਜਾਣ ਬੁੱਝ ਕੇ ਕਹੀ ਜਾਣਾ, ਜਾਣ ਕੇ ਕਿਸੇ ਦਾ ਕਸੂਰ ਕੱਢੀ ਜਾਣਾ।
ਇੱਕ ਹੁੰਦਾ ਵੀ ਭਲੇ ਵਾਸਤੇ ਕਿਸੇ ਦਾ ਕਸੂਰ ਕੱਢਣਾ, ਜੇ ਗਲਤ ਤੇ ਗਲਤ ਨੂੰ ਗਲਤ ਕਹਿਣਾ। ਮਹਾਰਾਜ ਕਹਿੰਦੇ ਵੈਰ ਰੱਖ ਕੇ ਕਿਸੇ ਨੂੰ ਕੁਝ ਨਹੀਂ ਕਹਾਂਗੇ, ਜੋ ਕਹਾਂਗੇ ਉਹ ਪਰਮੇਸ਼ਰ ਨੇ ਜੋ ਆਗਿਆ ਕੀਤੀ ਉਹੀ ਉਹ ਕਹਾਂਗੇ। ਤੇ ਸਤਿਗੁਰੂ ਫਿਰ ਕਿਹਾ ਵੀ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ। ਜਿਹੜੇ ਸਾਡੇ ਅਸਥੂਲ ਸਰੀਰ ਨੂੰ ਪਰਮੇਸ਼ਰ ਮੰਨਣਗੇ ਉਹ ਨਰਕ ਕੁੰਡ 'ਚ ਪੈਣਗੇ। ਜਿਹੜੇ ਸਾਡੇ ਅਸ ਰੂਪ ਨੂੰ ਜਾਣਨਗੇ ਜੋ ਹੈ ਰੂਪ ਹੈ, ਉਹ ਤਾਂ ਆਤਮਾ ਪਰਮਾਤਮਾ ਦਾ ਰੂਪ ਹੀ ਹੈ ਨਾ, ਉਸ ਨੂੰ ਸਮਝਣਗੇ ਪਰਮੇਸ਼ਰ, ਉਹ ਨਰਕ ਕੁੰਡ ਤੋਂ ਪਰੇ ਹੋ ਜਾਣਗੇ, ਨਰਕ ਕੁੰਡ 'ਚ ਨਹੀਂ ਪੈਣਗੇ। ਅਤੇ ਮੁੱਖ ਇਹਦਾ ਅਰਥ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ, ਜੇ ਜਗ ਮੈਂ ਅਵਤਾਰ ਕਹਾਏ, ਜਿਹੜੇ ਅੰਤ ਮਰੇ ਪਛਤਾਏ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ, ਉਹ ਇੱਥੇ ਸੰਸਾਰ ਵਿੱਚ ਵੀ ਜਾਣਗੇ ਮਰ ਕੇ ਅਤੇ ਨਰਕ ਕੁੰਡ 'ਚ ਵੀ ਪੈਣਗੇ। ਜਿਹੜੇ ਆਪਣੇ ਆਪ ਨੂੰ ਕਹਿਣਗੇ ਵੀ ਅਸੀਂ ਪਰਮੇਸ਼ਰ ਹਾਂ, ਅਸੀਂ ਤਾਂ ਉਸ ਅਕਾਲ ਪੁਰਖ ਦੇ ਦਾਸ ਹਾਂ। ਇਹ ਗੁਰੂ ਜੀ ਨੇ ਨਿਮਰਤਾ ਨਾਲ ਕਿਹਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਵਿੱਚ ਆਪਣੇ ਆਪ ਨੂੰ ਸਾਇਰ ਵੀ ਕਹਿੰਦੇ, ਕਵੀ ਵੀ ਕਹਿੰਦੇ। ਸਾਇਰ ਦਾ ਅਰਥ ਹੁੰਦਾ ਕਵੀ, ਅਤੇ ਗੁਰੂ ਸਾਹਿਬ ਜੀ ਨੇ ਵੀ ਇੱਥੇ ਲਿਖਿਆ ਕਬ ਬਾਚ ਦੋਹਰਾ, ਵੀ ਕਵੀ ਜੀ ਬਚਨ ਕਹਿ ਰਹੇ, ਭਾਵ ਅਸੀਂ ਕਹਿ ਰਹੇ ਹਾਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਆਸਾ ਦੀ ਵਾਰ ਵਿੱਚ ਕਹਿੰਦੇ ਹੋ, ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਢਾਡੀ ਹੁੰਦਾ ਭੱਟ ਜਸ ਗਾਉਣ ਵਾਲਾ, ਅਤੇ ਆਪਣੇ ਆਪ ਨੂੰ ਮਹਾਰਾਜ ਨੇ ਕਿਤੇ ਢਾਡੀ ਕਿਹਾ ਹੈ, ਕਿਤੇ ਸਾਇਰ ਕਵੀ ਕਿਹਾ ਹੈ ਨਿਮਰਤਾ ਨਾਲ, ਕਿਤੇ ਦਾਸ ਕਿਹਾ ਹੈ। ਇਹ ਸਤਿਗੁਰੂ ਕੀ ਨਿਮਰਤਾ, ਇਸੇ ਪੱਖ ਨਾਲ ਹੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਦਾਸ ਇੱਥੇ ਲਿਖਿਆ ਹੋਇਆ ਹੈ। ਫਿਰ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਸੰਸਾਰ ਵਿੱਚ ਉਹੀਓ ਕਹਾਂਗੇ ਜੋ ਪਰਮੇਸ਼ਰ ਨੇ ਕਿਹਾ ਹੈ। ਅਤੇ ਕਦੇ ਇਹ ਨਹੀਂ ਵੀ ਇੱਥੇ ਆ ਕੇ ਕੋਈ ਗਲਤ ਕਰੇ, ਕੋਈ ਚੰਗਾ ਕਰੇ, ਮਾੜਾ ਕਰੀ ਜਾਏ ਅਤੇ ਜੀਵਾਂ ਤੋਂ ਡਰ ਕੇ ਰਹਾਂਗੇ। ਡਰ ਕੇ ਬਿਲਕੁਲ ਨਹੀਂ ਰਹਾਂਗੇ। ਸੱਚ ਨੂੰ ਸੱਚ, ਝੂਠ ਨੂੰ ਝੂਠ ਹੀ ਕਹਾਂਗੇ। ਚੁੱਪ ਕਰਕੇ ਨਹੀਂ ਮਹਾਰਾਜ ਕਹਿੰਦੇ ਇੱਥੇ ਬੈਠਾਂਗੇ ਮਾਤ ਲੋਕ 'ਤੇ। ਹੋਰ ਵੀ ਗੁਰੂ ਸਾਹਿਬ ਜਿਵੇਂ ਅੱਗੇ ਕਹਿ ਰਹੇ ਹਨ, ਉਹ ਕਥਾ ਵਿਚਾਰ ਅੱਗੇ ਜਿੱਥੋਂ ਆਪਾਂ ਛੱਡੀ ਹੈ ਪ੍ਰਾਰੰਭ ਹੋ ਰਹੀ ਹੈ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਕਹਿਓ ਪ੍ਰਭੂ ਸੋ ਭਾਖ ਹੋ। ਗੁਰੂ ਮਹਾਰਾਜ ਹੋਰ ਦੱਸ ਰਹੇ ਕਿ ਅਸਾਂ ਨੇ ਜੋ ਸਾਨੂੰ ਪ੍ਰਭੂ ਨੇ ਕਿਹਾ ਹੈ, ਉਹੀਓ ਕੁਝ ਅਸੀਂ ਇਹ ਮਾਤ ਲੋਕ ਤੇ ਜੀਵਾਂ ਨੂੰ ਕਹਾਂਗੇ। ਕਿਸੂ ਨਾ ਕਾਨ ਰੱਖੋ, ਤੇ ਕਿਸੇ ਦੀ ਕੋਈ ਕਾਣ ਕਨੌੜ ਨਹੀਂ ਰੱਖਾਂਗੇ, ਕਿਸੇ ਦੀ ਪਰਵਾਹ ਨਹੀਂ ਕਰਾਂਗੇ, ਕਿਸੇ ਤੋਂ ਡਰ ਕੇ ਨਹੀਂ ਰਹਾਂਗੇ। ਕਿਸੂ ਨਾ ਭੇਖ ਭੀਜਹੁ, ਤੇ ਮਹਾਰਾਜ ਕਹਿੰਦੇ ਅਸੀਂ ਕਿਸੇ ਦਾ ਵੀ ਭੇਖ ਦੇ ਕੇ ਨਾ ਬਾਹਰਲਾ ਲਿਬਾਸ ਭੇਜਾਂਗੇ ਨਹੀਂ, ਪ੍ਰਸੰਨ ਨਹੀਂ ਹੋਵਾਂਗੇ ਉਹਦਾ ਬਾਹਰਲਾ ਲਿਬਾਸ ਦੇ ਕੇ ਵੀ ਇਹ ਬੜਾ ਪਿਆਰਾ ਹੈ, ਬੜਾ ਪ੍ਰੇਮੀ ਹੈ। ਕਿਸੇ ਦਾ ਬਾਹਰੀ ਭੇਖ ਵੇਖ ਕੇ ਵੀ ਭੇਜਾਂਗੇ ਨਹੀਂ, ਪ੍ਰਸੰਨ ਨਹੀਂ ਹੋਵਾਂਗੇ। ਅਲੇਖ ਬੀਜ ਬੀਜਹੁ, ਜੋ ਲਿਖਣ ਤੋਂ ਰਹਿਤ ਹੈ ਪਰਮੇਸ਼ਰ ਜਾਂ ਲੇਖੇ ਤੋਂ ਰਹਿਤ ਹੈ, ਉਹਦੇ ਨਾਮ ਦਾ ਹੀ ਜਿਹੜਾ ਬੀਜ ਹੈ ਨਾ ਉਹ ਬੀਜਾਂਗੇ। ਇੱਥੇ ਉਹਦੇ ਨਾਮ ਦਾ ਬੀਜ ਬੀਜਾਂਗੇ। ਨਾਮ ਦਾ ਬੀਜ ਬੀਜਣਾ ਕੀ? ਜਿਹੜਾ ਆਪ ਜਪਣਾ ਅਤੇ ਸਾਰਿਆਂ ਕੋ ਜਪਾਉਣਾ, ਭਾਵ ਆਪ ਹੀ ਵਾਹਿਗੁਰੂ ਨਾਮ ਦਾ ਬੀਜ ਬੀਜਾਂਗੇ, ਜਪਾਂਗੇ ਅਤੇ ਦੂਜਿਆਂ ਪਾਸੋਂ ਵੀ ਜਪਾਵਾਂਗੇ। ਅਤੇ ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਕੀਤਾ। ਜੇ ਗੁਰਬਾਣੀ ਲਿਖੀ ਹੈ ਦਸਮ ਗ੍ਰੰਥ ਸਾਹਿਬ ਅਤੇ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ।
ਤੇ ਜੇ ਸਾਨੂੰ ਬੋਲਣ ਲਈ ਦਿੱਤਾ ਹੈ ਤੇ ਉਹ ਸੱਚੇ ਪਾਤਸ਼ਾਹ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਾਮ ਮਹਾਰਾਜ ਨੇ ਬੀਜਿਆ ਹੈ। ਤਾਂ ਕਹਿ ਰਹੇ ਵੀ ਅਸੀਂ ਉਹ ਜੋ ਲੇਖੇ ਤੋਂ ਰਹਿਤ ਪਰਮਾਤਮਾ, ਉਹਦਾ ਨਾਮ ਦਾ ਜਿਹੜਾ ਬੀਜ ਵਾਹਿਗੁਰੂ, ਉਹਦਾ ਹੀ ਬੀਜ ਬੀਜਾਂਗੇ। ਪਖਾਣ ਪੂਜਹੁ ਨਹੀਂ। ਖੈਰ ਖਾਲਸਾ ਜੀ, ਅਸੀਂ ਪੱਥਰਾਂ ਨੂੰ ਪੂਜਣ ਵਾਲੇ ਹੈਗੇ ਨਹੀਂ। ਮੈਂ ਪੱਥਰਾਂ ਨੂੰ ਪੂਜਣ ਵਾਲਾ ਨਹੀਂ ਹਾਂ। ਨਾ ਭੇਖ ਭੀਜਹੁ ਕਹੀ। ਕਿਸੇ ਦਾ ਵੀ ਭੇਖ ਦੇ ਕੇ ਭੇਜਾਂਗੇ ਨਹੀਂ, ਕਿਸੇ ਦਾ ਭੇਖ ਦੇ ਕੇ ਫਸਾਂਗੇ ਨਹੀਂ, ਪ੍ਰਸੰਨ ਨਹੀਂ ਹੋਵਾਂਗੇ। ਬਾਹਰੀ ਭੇਖ ਦੇ ਕੇ ਪਖੰਡ ਦਾ। ਅਨੰਤ ਨਾਮ ਗਾਏ ਹੋ। ਜੋ ਅੰਤ ਤੋਂ ਰਹਿਤ ਹੈ ਪਰਮਾਤਮਾ ਬੇਅੰਤ, ਉਹਦੇ ਬੇਅੰਤ ਬੇਅੰਤ ਨਾਮ ਨੂੰ ਹੀ ਗਾਵਾਂਗੇ। ਪਰਮ ਪੁਰਖ ਪਾਏ ਹੋ। ਤੇ ਜੋ ਪਰਮ ਪੁਰਖ, ਵੱਡਾ ਪੁਰਖ ਪਰਮਾਤਮਾ, ਉਹਦਾ ਚਿੰਤਨ ਕਰਕੇ ਉਸੇ ਨੂੰ ਹੀ ਪਾਇਆ ਹੈ ਤੇ ਉਹਨੂੰ ਹੀ ਪਾਵਾਂਗੇ। ਜਟਾ ਨਾ ਸੀਸ ਧਾਰਹੁ। ਜਿਵੇਂ ਆ ਕਈ ਸਰੀਰ ਸਿਰ ਦੇ ਉੱਪਰ ਜਟਾ ਧਾਰ ਲੈਂਦੇ ਜੜਾਵਾਂ, ਤੇ ਬੋੜ ਦਾ ਪੱਤਿਆਂ ਦਾ ਦੁੱਧ ਲਾ ਲਾ ਕੇ ਤੇ ਜੜਾਵਾਂ ਬਣਾ ਲੈਂਦੇ। ਫਿਰ ਗਿੱਟਿਆਂ ਤੱਕ ਜੜਾਵਾਂ ਛਟੀਆਂ ਹੁੰਦੀਆਂ ਜਾਂ ਵੱਡੇ ਵੱਡੇ ਜੂੜੇ ਕੀਤੇ ਹੁੰਦੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸੀਸ ਉੱਤੇ ਅਸੀਂ ਜਟਾ ਨਹੀਂ ਧਾਰਨ ਕਰਾਂਗੇ। ਨਾ ਮੰਦਰ ਕਾ ਸੋ ਧਾਰਹੁ। ਮੁੰਦਰ ਕਾ ਜਿਹੜੀਆਂ ਮੁੰਦਰਾਂ ਹੈ, ਕੰਨ ਪਾੜ ਕੇ, ਜਿਵੇਂ ਗੋਰਖਨਾਥ, ਮਛੇਂਦਰਨਾਥ, 84 ਸਿੱਧਾਂ ਨੇ ਇਹ ਕੰਨ ਪਾੜੇ ਹੋਏ ਸਨ। ਇਵੇਂ ਕੰਨ ਪਾੜ ਕੇ, ਦੋਵੇਂ ਕੰਨ ਚੀਰ ਕੇ ਬਲੌਰ ਦੇ ਕੱਚ ਦੀਆਂ ਮੁੰਦਰਾਂ ਵੀ ਨਹੀਂ ਧਾਰਾਂਗੇ, ਪਾਵਾਂਗੇ। ਨਾ ਕਾਨ ਕਾਹੂ ਕੀ ਧਰੋ। ਕਿਸੇ ਦੀ ਜਿਹੜੀ ਕਾਨ ਕਨੌੜ ਹੈ ਉਹ ਵੀ ਨਹੀਂ ਧਰਾਂਗੇ। ਕਿਸੇ ਦੀ ਈਣ ਨਹੀਂ ਮੰਨਾਂਗੇ, ਡਰ ਨਹੀਂ ਰੱਖਾਂਗੇ, ਪਰਵਾਹ ਨਹੀਂ ਕਰਾਂਗੇ। ਕਹਿਓ ਪ੍ਰਭੂ ਸੋ ਮੈਂ ਪਕਰੋ। ਜੋ ਪ੍ਰਭੂ ਨੇ ਕਿਹਾ ਹੈ ਕਿ ਦੁਸ਼ਟ ਦਮਨ ਜੀ ਆ ਮਾਤ ਲੋਕ ਤੋਂ ਕਰਾਉਣਾ ਹੈ, ਉਹੀ ਕਰਮ, ਉਹੀ ਉਹ ਧਰਮ ਚਲਾਉਣਾ ਕਰਾਂਗੇ, ਉਹੀ ਉਹ ਸਿੱਖਿਆ ਉਚਾਰਨੀ ਕਰਾਂਗੇ ਮਾਤ ਲੋਕ ਦੇ ਜੀਵਾਂ ਨੂੰ। ਭਜੋ ਸੋ ਏਕ ਨਾਮਯੰ। ਇਸ ਕਰਕੇ ਖਾਲਸਾ ਜੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਜਪਾਂਗੇ। ਤੇ ਸਾਨੂੰ ਵੀ ਗੁਰੂ ਜੀ ਕਹਿੰਦੇ ਆ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਹਿਕ ਨਾ ਆਨੈ। ਜੋ ਕਾਮ ਸਰਬ ਠਾਮਯੰ। ਜੋ ਸਰਥਾਂ ਸਹਾਇਤਾ ਕਰਦਾ ਹੈ ਤੇ ਜੋ ਸਰਬ ਕਾਮ, ਜੋ ਸਾਰੀਆਂ ਕਾਮਨਾ ਨੂੰ ਠਾਮਿਆਂ ਕਹੀਏ ਪੂਰਨ ਕਰਦਾ ਹੈ। ਜੋ ਸਾਰੀਆਂ ਕਾਮਨਾਵਾਂ ਨੂੰ, ਕਾਮਨਾਵਾਂ ਦੀ ਸਥਿਤੀ ਕਰਦਾ ਹੈ, ਪੂਰੀਆਂ ਕਰਦਾ ਹੈ, ਸੰਪੂਰਨ ਕਰਦਾ, ਸਫਲੀਆਂ ਕਰਦਾ ਹੈ। ਜੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਉਸ ਪਰਮੇਸ਼ਰ ਨੂੰ ਹੀ, ਉਹਦਾ ਹੀ ਨਾਮ ਜਪਾਂਗੇ ਜੋ ਸਾਰੀਆਂ ਕਾਮਨਾਵਾਂ ਠਾਵੇਂ ਕਹੀਏ ਪੂਰੀਆਂ ਕਰਦਾ, ਸਫਲੀਆਂ ਕਰਦਾ ਹੈ। ਨਾ ਜਾਪ ਆਨ ਕੋ ਜਪੋ। ਉਸ ਅਕਾਲ ਪੁਰਖ ਤੋਂ ਬਿਨਾ ਕਿਸੇ ਪੈਗੰਬਰ, ਔਲੀਏ, ਪੀਰ ਦਾ, ਗੌਸ ਦਾ, ਅੰਬੀਏ ਦਾ, ਹੋਰ ਜਿਹੜੇ ਦੇਵੀ ਦੇਵਤੇ ਆ, ਕਿਸੇ ਦਾ ਮਾਰ ਕਹਿੰਦੇ ਜਾਪ ਨਹੀਂ ਜਪਾਂਗੇ ਅਸੀਂ। ਨਾ ਔਰ ਥਾਪਨਾ ਥਪੋ। ਤੇ ਨਾ ਹੀ ਹੋਰ ਕੋਈ ਥਾਪਣਾ ਬਣਾਉਟ ਹੀ ਬਣਾਵਾਂਗੇ। ਥਾਪਣਾ ਕਿਹਦਾ? ਬਣਾਉਟ ਨੂੰ। ਹੋਰ ਕਿਸੇ ਦੀ ਨਾ, ਹੋਰ ਕੋਈ ਬਣਾਉਟ ਹੀ ਬਣਾਵਾਂਗੇ। ਜੋ ਅਕਾਲ ਪੁਰਖ ਨੇ ਦੇ ਦਿੱਤੀ ਨਾ ਬਣਾਉਟ, ਉਹੀ ਰੱਖਾਂਗੇ। ਇੱਕ ਤੇ ਹੈ ਨਾ ਜਿਹੜੇ ਆ ਕੇ ਸੰਨਿਆਸੀ ਬਣ ਜਾਣਾ, ਤਰਦੰਡੀ ਬਣ ਜਾਣਾ, ਕੇਸ ਕਟਾ ਲੈਣੇ, ਰੁੰਡ ਮੁੰਡ ਮੂੰਹ ਕਰ ਲੈਣਾ, ਹੋਰ ਆ ਬਣਾ ਲੈਣੇ ਵੱਖੋ ਵੱਖਰੇ, ਜੜਾਵਾਂ ਕਰ ਲੈਣੀਆਂ, ਨਹੁੰ ਵਧਾ ਲੈਣੇ। ਮਹਾਰਾਜ ਕਹਿੰਦੇ ਜੀ ਬਣਾਉਟ ਕੋਈ ਨਹੀਂ ਬਣਾਵਾਂਗੇ। ਇਸੇ ਤਰ੍ਹਾਂ ਹੋਰ ਕੋਈ ਸਥਿਤੀ ਨਹੀਂ ਕਰਾਂਗੇ। ਥਾਪਣਾ ਦਾ ਅਰਥ ਪੂਜਾ ਵੀ ਹੈ। ਹੋਰ ਕੋਈ ਪੂਜਾ ਨਹੀਂ ਥਾਪਾਂਗੇ, ਪੂਜਾ ਨਹੀਂ ਕਰਾਂਗੇ ਇੱਕ ਪਰਮਾਤਮਾ ਤੋਂ ਬਿਨਾ। ਬੇਅੰਤ ਨਾਮ ਧਿਆਏ ਹੋ। ਬੇਅੰਤ ਬੇਅੰਤ ਜਿਹੜੇ ਨਾਮ ਹੈ ਪਰਮੇਸ਼ਰ ਦੇ, ਜਿਹਦਾ ਕੋਈ ਅੰਤ ਨਹੀਂ, ਉਹਦੇ ਨਾਮਾਂ ਨੂੰ ਧਿਆਵਾਂਗੇ। ਪਰਮ ਜੋਤ ਪਾਏ ਹੋ। ਤੇ ਪਰਮ ਜੋਤ ਨੂੰ ਪਾਇਆ ਹੈ, ਪਰਮ ਜੋਤ ਨੂੰ ਹੀ ਪਾਵਾਂਗੇ। ਉਹ ਪਰਮ ਜੋਤ ਕਿਹੜੀ ਹੈ? ਪਰਮੇਸ਼ਰ ਵਾਹਿਗੁਰੂ। ਸਭ ਮਹਿ ਜੋਤ, ਜੋਤ ਹੈ ਸੋਏ,
ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਜਿਹਦੇ ਚਾਨਣ ਨਾਲ ਸਾਰੇ ਚਾਨਣ ਹੁੰਦੇ ਆ ਨਾ, ਉਹਨੂੰ ਕਹੀਦਾ ਪਰਮ ਜੋਤ। ਜਿਵੇਂ ਸੂਰਜ ਵਿੱਚੋਂ ਸਾਰੀਆਂ ਕਿਰਨਾਂ ਹੀ ਨਿਕਲਦੀਆਂ, ਅਤੇ ਉਹ ਜਿੰਨੀਆਂ ਕਿਰਨਾਂ ਦਾ ਆਸਰਾ ਕੌਣ? ਸੂਰਜ। ਜਿਹੜੀ ਸਾਡੀ ਅੱਖਾਂ ਵਿੱਚ ਜੋਤ, ਸਰੀਰ ਵਿੱਚ ਜੋਤ, ਆਹ ਸੂਰਜ ਵਿੱਚ ਪ੍ਰਕਾਸ਼ ਦੀ ਜੋਤ, ਅਗਨੀ ਵਿੱਚ ਜੋਤ ਜਿਹੜੀ ਲਿਸ਼ਕਾਰ ਹੈ, ਬਿਜਲੀ ਵਿੱਚ ਜਿਹੜੀ ਲਿਸ਼ਕ ਹੈ ਜੋਤ, ਜਿੰਨੇ ਵੀ ਜੀਵ ਹੈ ਜੜ ਚੇਤਨ, ਅਤੇ ਇਹ ਸਾਰੇ ਵਿੱਚ ਜੋਤ ਹੈ। ਜਿਹੜੀ ਜੋਤ 'ਚ ਆਈ ਹੈ ਉਹ ਕੀ ਹੈ? ਪਰਮੇਸ਼ਰ ਦੀ ਜੋਤ, ਪਰਮ ਜੋਤ। ਪਰਮ ਜੋਤ ਨੂੰ ਪ੍ਰਾਪਤ ਕਰਾਂਗੇ। ਨਾ ਧਿਆਨ ਆਨ ਕੋ ਧਰੋ। ਉਸ ਪ੍ਰਭੂ ਵਾਹਿਗੁਰੂ ਦੇ ਧਿਆਨ ਤੋਂ ਬਿਨਾ ਹੋਰ ਕੋਈ ਧਿਆਨ ਨਹੀਂ ਧਾਰਾਂਗੇ ਕਿਸੇ ਦੇਵੀ ਦੇਵਤੇ, ਪੈਗੰਬਰ, ਮਹਾਦੀਨ ਦਾ। ਨਾ ਨਾਮ ਆਨ ਉਚਰੋ। ਨਾ ਹੀ ਕਿਸੇ ਹੋਰ ਦਾ ਨਾਮ ਹੀ ਉਚਾਰਨ ਕਰਾਂਗੇ। ਵੱਖੋ ਵੱਖਰੇ ਨਾਮ ਨਹੀਂ ਉਚਾਰਾਂਗੇ ਇੱਕ ਗੋਬਿੰਦ ਵਾਹਿਗੁਰੂ ਤੋਂ ਬਿਨਾ। ਤਵਕ ਨਾਮ ਰਤਯੰ। ਹੇ ਪ੍ਰਭੂ, ਤਵਕ ਕਹੀਏ ਤੇਰੇ ਨਾਮ ਤੇ ਤਵੱਕਾ ਰੱਖ ਕੇ ਰਤੇ ਰਵਾਂਗੇ। ਤਵੱਕ ਦਾ ਅਰਥ ਤੇਰੇ ਨਾਮ ਵਿੱਚ ਹੀ ਰਤੇ ਰਹਾਂਗੇ। ਨਾ ਆਨ ਮਾਨ ਮਤਯੰ। ਜਿਹੜੀ ਕੋਈ ਹੋਰ ਦੀ ਮਾਨ ਮਨਤਾ ਨਾ ਮਨੌਤ, ਉਹਦੇ ਵਿੱਚ ਮਸਤ ਨਹੀਂ ਹੋਵਾਂਗੇ। ਹੋਰ ਦੀ ਮਨੌਤ ਨਹੀਂ ਮੰਨਾਂਗੇ ਦੇਵੀ ਦੇਵਤੇ ਦੀ। ਪਰਮ ਧਿਆਨ ਧਾਰਿਯੰ। ਮਹਾਨ ਅਕਾਲ ਪੁਰਖ ਵਾਹਿਗੁਰੂ ਦਾ ਹੀ ਜਿਹੜਾ ਵੱਡਾ ਸੱਚਾ ਸੁੱਚਾ ਧਿਆਨ ਉਹ ਧਾਰਾਂਗੇ। ਅਨੰਤ ਪਾਪ ਟਾਰਿਯੰ। ਜਿਹੜਾ ਧਿਆਨ ਬੇਅੰਤ ਬੇਅੰਤ ਪਾਪਾਂ ਨੂੰ ਟਾਲਦਾ ਹੈ। ਜੋ ਪਰਮੇਸ਼ਰ ਆਪ ਬੇਅੰਤ ਹੈ, ਬੇਅੰਤ ਪਾਪਾਂ ਨੂੰ ਟਾਲਦਾ, ਐਸੇ ਧਿਆਨ ਨੂੰ ਧਾਰਾਂਗੇ। ਤੁਮੇਵ ਰੂਪ ਰਾਚਯੰ। ਤੁਮੇਵ ਕਹੀਏ ਨਿਸ਼ਚੇ ਕਰਕੇ ਵਾਹਿਗੁਰੂ ਤੇਰੇ ਰੂਪ ਵਿੱਚ ਹੀ ਰਚੇ ਰਹਾਂਗੇ। ਨਾ ਆਨ ਦਾਨ ਮਾਚਯੰ। ਜਿਹੜੇ ਹੋਰ ਦਾਨ ਹੈ ਨਾ, ਜਿਹੜੇ ਆਨ ਦਾਨ, ਦਾਨ ਦਾ ਅਰਥ ਜਾਣਨ, ਜਿਹੜਾ ਹੋਰ ਦਾ ਜਾਣਨਾ ਹੈ, ਮਾਚਿਆਂ ਕਹੀਏ ਉਹਦੇ ਵਿੱਚ ਤਦਾਕਾਰ ਨਹੀਂ ਹੋਵਾਂਗੇ, ਉਹਦੇ ਵਿੱਚ ਨਹੀਂ ਲੱਗਾਂਗੇ। ਤਵਕ ਨਾਮ ਉਚਾਰਿਯੰ। ਬਸ ਇੱਕੋ ਦੇ ਇੱਕ ਤੇਰੇ ਨਾਮ ਤੇ ਤਵੱਕਾ ਰੱਖਾਂਗੇ, ਤੇਰਾ ਨਾਮ ਦਾ ਉਚਾਰਨ ਕਰਾਂਗੇ। ਅਨੰਤ ਦੁਖ ਟਾਰਿਯੰ। ਜੋ ਨਾਮ ਅਨੰਤ ਬੇਅੰਤ ਬੇਅੰਤ ਦੁੱਖਾਂ ਨੂੰ ਟਾਲਦਾ ਹੈ। ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ। ਜਿਨ ਜਿਨ ਨਾਮ ਤਿਹਾਰੋ ਧਿਆਇਆ। ਸੱਚਾ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਨੇ ਵੀ ਤੇਰਾ ਨਾਮ ਧਿਆਇਆ ਹੈ, ਜਿਨ੍ਹਾਂ ਨੇ ਤੇਰੇ ਨਾਮ ਦਾ ਚਿੰਤਨ ਕੀਤਾ ਹੈ, ਦੁਖ ਪਾਪ ਤਿਨ ਨਿਕਟ ਨਾ ਆਇਆ। ਦੁੱਖ ਗੁਨਾਹ ਔਗਣ ਤੇ ਪਾਪ ਮਹਾਰਾਜ ਉਹਨਾਂ ਦੇ ਨੇੜੇ ਨਹੀਂ ਆਇਆ ਹੈ। ਇਹ ਅਕਾਲ ਪੁਰਖ, ਜਿਨ੍ਹਾਂ ਜਿਨ੍ਹਾਂ ਤੇਰਾ ਨਾਮ ਧਿਆਇਆ, ਦੁੱਖ ਪਾਪ ਉਹਨਾਂ ਦੇ ਨੇੜੇ ਨਹੀਂ ਆਏ ਹਨ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਉਹ ਖੜੇ ਸੱਚੀ ਦਰਗਾਹ ਵਿੱਚ ਖਰੇ ਉਤਰਦੇ ਹੈ। ਜਿਨ੍ਹਾਂ ਤੇਰਾ ਨਾਮ ਧਿਆਇਆ ਹੈ, ਮਨ ਵਾਂਛਿਤ ਫਲ ਪਾਵੇ ਸੋਈ। ਦੁੱਖ ਨਾ ਤਿਸੇ ਵਿਆਪਤ ਕੋਈ। ਉਹਨਾਂ ਨੂੰ ਇੱਕ ਵੀ ਦੁੱਖ ਨਹੀਂ ਲੱਗਦਾ ਹੈ। ਜੇ ਜੇ ਔਰ ਧਿਆਨ ਕੋ ਧਰਹੀ। ਜਿਹੜੇ ਪੁਰਸ਼ ਪਰਮੇਸ਼ਰ ਨੂੰ ਛੱਡ ਕੇ ਕਿਸੇ ਕਦੀ ਹੋਰ ਦੇਵਤੇ ਦਾ, ਕਦੀ ਹੋਰ ਦੇਵਤੇ ਦਾ ਧਿਆਨ ਧਰਦੇ ਹਨ, ਬਹਸ ਬਹਸ ਬਾਦਨ ਤੇ ਮਰਹੀ। ਉਹ ਬਹਿਸ ਬਾਜੀ ਦੇ ਵਿੱਚ ਨਾ ਝਗੜੇ ਕਰ ਕਰ ਮਰਦੇ ਹੈ। ਉਹ ਕਿਵੇਂ ਝਗੜੇ ਪੈ ਜਾਂਦੇ ਆ ਕਿ ਉਹ ਜਦੋਂ ਕਹਿਣਾ ਧਿਆਨ ਲਾਉਣਾ ਆਪਣੇ ਦਾ, ਉਹਨੇ ਕਹਿਣਾ ਵੀ ਸਾਡਾ ਦੇਵ ਜੀ ਬਹੁਤ ਤਗੜਾ ਦੇਵਤਾ ਹੈ। ਦੂਜੇ ਨੇ ਕਹਿਣਾ ਨਹੀਂ, ਤੁਹਾਡਾ ਦੇਵਤਾ ਕੀ ਹੈ, ਸਾਡਾ ਦੇਵਤਾ ਵੱਡਾ ਹੈ, ਤੁਹਾਡੇ ਦੇ ਵਿੱਚ ਤਾਂ ਕੁਝ ਵੀ ਗੱਲ ਨਹੀਂ ਹੈ। ਉਹ ਜਦੋਂ ਇਸੇ ਤਰ੍ਹਾਂ ਹੀ ਲੜਾਈਆਂ ਜੀ ਹੋ ਜਾਂਦੀਆਂ ਹੁੰਦੀਆਂ, ਫਿਰ ਆਪੋ ਵਿੱਚ ਇਹਨਾਂ ਲੜ ਪੈਣਾ ਹੁੰਦਾ। ਉਹਨੇ ਕਹਿਣਾ ਸਾਡਾ ਵੱਡਾ, ਉਹਨੇ ਕਹਿਣਾ ਸਾਡਾ ਵੱਡਾ, ਉਹਦੇ ਨਾਂ ਪ੍ਰਾਪਤੀ ਹੈ, ਤੁਹਾਡੇ ਕੋਲ ਕੀ ਹੈ, ਤੁਹਾਡੇ ਦੇਵਤੇ ਕੋਲ। ਉਹ ਫਿਰ ਗੱਲਾਂ ਕਰਦਿਆਂ ਕਰਦਿਆਂ ਲੜਾਈ ਬਹਿਸਬਾਜੀ ਵਿੱਚ ਫਿਰ ਬਾਦਨ ਕੇ ਝਗੜਾ ਹੋ ਜਾਂਦਾ ਹੈ। ਅਤੇ ਝਗੜਾ ਕਰਦਿਆਂ ਕਰਦਿਆਂ ਫਿਰ ਲੜ ਮਰਦੇ ਹਨ। ਅਤੇ ਜਿਨ੍ਹਾਂ ਨੇ ਇੱਕ ਦਾ ਧਿਆਨ ਧਾਰਿਆ, ਉਹਨਾਂ ਨੂੰ ਲੜਨ ਦੀ ਲੋੜ ਕੀ।
ਜਿਨ੍ਹਾਂ ਵੱਡੇ ਪਰਮੇਸ਼ਰ ਦਾ ਧਿਆਨ ਧਾਰਿਆ ਉਹਨਾਂ ਥੋੜ੍ਹੀ ਕਹਿਣਾ ਸਾਡਾ ਵੱਡਾ ਤੁਹਾਡਾ ਛੋਟਾ। ਉਹ ਤੇ ਇੱਕ ਜਿਹੜਾ ਵੱਡਾ ਸਭ ਤੋਂ ਉਹਦਾ ਹੀ ਕਹਿਣਾ ਹੈ, ਛੋਟਿਆਂ ਤੇ ਲੜਾਈ ਕੋਈ ਨਹੀਂ ਰਹਿ ਜਾਣੀ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਉਸ ਵਾਹਿਗੁਰੂ ਦੇ ਧਿਆਨ ਨੂੰ ਛੱਡ ਕੇ ਹੋਰ ਧਿਆਨਾਂ ਨੂੰ ਧਰਦੇ ਹੈ ਕਰਦੇ ਹੈ, ਉਹ ਬਹਿਸ ਝਗੜ ਕੇ ਬਾਦਲ ਲੜਾਈ ਪਾ ਬਹਿੰਦੇ ਹੈ, ਝਗੜਾ ਪਾ ਬਹਿੰਦੇ ਹੈ, ਤੇ ਫਿਰ ਉਹ ਮਰਦੇ ਹਨ ਲੜ ਕੇ। ਹਮ ਇਹ ਕਾਜ ਜਗਤ ਮੋ ਆਏ। ਵਾਹਿ ਖਾਲਸਾ ਜੀ, ਅਸੀਂ ਤੇ ਇਸ ਕਾਰਜ ਲਈ ਸੰਸਾਰ ਵਿੱਚ ਆਏ ਹੋਏ ਹਾਂ, ਆਹ ਕੰਮ ਵਾਸਤੇ ਸੰਸਾਰ 'ਚ ਆਏ ਹੋਏ ਹਾਂ। ਧਰਮ ਹੇਤ ਗੁਰਦੇਵ ਪਠਾਏ। ਜੋ ਅਕਾਲੀ ਧਰਮ ਹੈ, ਸੱਚਾ ਸੁੱਚਾ ਧਰਮ ਹੈ, ਉਸ ਅਕਾਲੀ ਧਰਮ ਦੀ ਚਲਾਉਣ ਵਾਸਤੇ, ਉਹ ਸੱਚੇ ਸੁੱਚੇ ਮਾਰਗ ਨੂੰ ਚਲਾਉਣ ਵਾਸਤੇ ਹੀ ਜੋ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਜੋ ਗੁਰ ਪੂਜਨੀਕ ਤੇ ਗੁਰ ਵੱਡਾ ਹੈ, ਦੇ ਪ੍ਰਕਾਸ਼ ਰੂਪ ਹੈ, ਜੋ ਵਰਾਂ ਨੂੰ ਦੇਣ ਵਾਲਾ ਉਸ ਗੁਰਦੇਵ ਨੇ ਸਾਨੂੰ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਵਿਥਾਰੋ। ਇਹ ਹੁਕਮ ਹੈ ਪ੍ਰਭੂ ਦਾ ਕਿ ਦੁਸ਼ਟ ਦਮਨ ਜੀ, ਜਿੱਥੇ ਕਿੱਥੇ ਵੀ ਤੁਸੀਂ ਧਰਮ ਅਕਾਲੀ ਨੂੰ ਹੀ ਫੈਲਾਓ, ਵਿਸਥਾਰ ਕਰੋ ਇਹਦਾ। ਦੁਸ਼ਟ ਦੋਖੀਅਨ ਪਕੜ ਪਛਾਰੋ। ਤੇ ਜਿਹੜੇ ਲੋਕ ਧਰਮ ਦੇ ਵਿਰੋਧੀ ਹੈ, ਦਖਲ ਅੰਦਾਜ਼ੀ ਕਰਨ ਵਾਲੇ ਦੁਸ਼ਟ ਲੋਕ, ਧਰਮ ਦੇ ਦੋਖੀ ਲੋਕ, ਉਹਨਾਂ ਨੂੰ ਪਕੜ ਕੇ ਦਾ ਨਾਸ਼ ਕਰੋ, ਉਹਨਾਂ ਨੂੰ ਵਗਾ ਕੇ ਖਤਮ ਕਰ ਦਿਓ, ਮਾਰ ਦਿਓ। ਯਾਹੀ ਕਾਜ ਧਰਾ ਹਮ ਜਨਮੰ। ਇਸ ਕਰਕੇ ਹੇ ਭਾਈ, ਹੇ ਖਾਲਸਾ ਜੀ, ਹੇ ਭਲੇ ਪੁਰਸ਼ੋ, ਇਸੇ ਕੰਮ ਵਾਸਤੇ ਅਸਾਂ ਨੇ ਜਿਹੜਾ ਹੈ ਧਰਾ ਹਮ ਜਨਮੰ, ਇਹ ਮਾਤ ਲੋਕ ਤੇ ਅਵਤਾਰ ਧਾਰਿਆ ਹੈ। ਸਮਝ ਲਿਓ ਸਾਧੂ ਸਭ ਮਨ ਮੰਗ। ਇਹ ਸਾਰੇ ਸਾਧੂ ਕਮਾਈ ਵਾਲਿਓ, ਸਾਧਨਾ ਕਰਨ ਵਾਲਿਓ, ਆਪਣੇ ਮਨ ਦੇ ਵਿੱਚ ਸਮਝ ਲਓ ਵੀ ਇਸੇ ਕਾਰਨ ਵਾਸਤੇ ਅਸਾਂ ਨੇ ਜਿਹੜਾ ਨਾ ਅਵਤਾਰ ਧਾਰਿਆ। ਕਿਹੜੇ ਕਾਰਨ ਵਾਸਤੇ ਦੱਸ ਰਹੇ ਹਨ? ਧਰਮ ਚਲਾਵਨ ਸੰਤ ਉਬਾਰਨਾ। ਕਿ ਧਰਮ ਅਕਾਲੀ ਨੂੰ ਚਲਾਉਣ ਵਾਸਤੇ, ਧਰਮ ਨੂੰ ਤੋਰਨ ਵਾਸਤੇ, ਤੇ ਸੰਤਾਂ ਮਹਾਂਪੁਰਸ਼ਾਂ ਦੀ ਦੁਸ਼ਟਾਂ ਵੈਰੀਆਂ ਤੋਂ ਜਿਹੜੀ ਹੈ ਬਚਾਅ ਕਰਨ ਵਾਸਤੇ, ਬਚਾਉਣ ਵਾਸਤੇ। ਦੁਸ਼ਟ ਸਭਨ ਕੋ ਮੂਲ ਉਪਾਰਨਾ। ਤੇ ਜਿਹੜੇ ਦੁਸ਼ਟ ਸਾਰੇ ਆ ਉਹਨਾਂ ਦੀ ਜਿਹੜੀਆਂ ਜੜ੍ਹਾਂ ਮੁੱਢੋਂ ਹੀ ਪੁੱਟ ਦੇਣ ਵਾਸਤੇ, ਜੜ੍ਹਾਂ ਪੁੱਟ ਦੇਣੀਆਂ ਮੁੱਢੋਂ, ਉਹਨਾਂ ਦੀ ਹੋਂਦ ਹੀ ਖਤਮ ਕਰ ਦੇਣੀ, ਉਹਨਾਂ ਦੀ ਹਸਤੀ ਨਹੀਂ ਰਹਿਣ ਦੇਣੀ। ਦੁਸ਼ਟਾਂ ਦਾ ਨਾਸ਼ ਕਰਨਾ ਹੈ, ਸੁੱਖਾਂ ਦਾ ਪ੍ਰਕਾਸ਼ ਕਰਨਾ ਹੈ, ਸੰਤਾਂ ਦਾ ਬਚਾਅ ਕਰਨਾ, ਧਰਮ ਨੂੰ ਤੋੜਨਾ। ਇਸੇ ਕਰਕੇ ਉਸਨੇ ਅਵਤਾਰ ਧਾਰਿਆ ਹੈ। ਸਾਧੂ ਆਪਣੇ ਮਨ ਵਿੱਚ ਸਮਝ ਲਓ, ਜਾਣ ਲਓ। ਜੇ ਜੇ ਭਏ ਪਹਿਲ ਅਵਤਾਰਾ। ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਅਵਤਾਰ ਹੋਏ ਹਨ, ਆਪ ਤੇ ਨਾ ਜਾਪ ਉਚਾਰਾ। ਉਹਨਾਂ ਸਾਰਿਆਂ ਅਵਤਾਰਾਂ ਨੇ ਆਪੋ ਆਪਣਾ ਇਸ ਸੰਸਾਰ ਦੇ ਵਿੱਚ ਜਾਪ ਉਚਾਰਿਆ ਕੇ ਕਰਵਾਇਆ। ਪ੍ਰਭ ਦੋਖੀ ਕੋਈ ਨਾ ਬਿਦਾਰਾ। ਜਿਹੜੇ ਪਰਮੇਸ਼ਰ ਦੇ ਦੋਖੀ ਵੈਰੀ, ਉਹਨਾਂ ਨੂੰ ਕਿਸੇ ਨੇ ਵੀ ਨਾਸ਼ ਨਹੀਂ ਕੀਤਾ, ਉਹਨਾਂ ਦਾ ਖਾਤਮਾ ਨਾ ਕੀਤਾ। ਧਰਮ ਕਰਮ ਕੋ ਰਾਹੋ ਨਾ ਡਾਰਾ। ਜਿਹੜੇ ਧਰਮ ਦੇ ਕਰਮ ਹੈ, ਨੇਕੀ ਦੇ ਕਰਮ, ਅਮਲ ਚੰਗੇ, ਉਹਨਾਂ ਉੱਪਰ ਕਿਸੇ ਨੇ ਨਾ ਚਲਾਇਆ। ਕਿਸੇ ਵੀ ਨੇ ਆ ਕੇ ਅਵਤਾਰ ਨੇ ਆਪਣੀ ਤੇ ਮੰਨਤਾ ਕਰਾ ਲਿਆ ਸਿੱਧਨਾਥਾਂ ਨੇ, ਤੇ ਜਿਹੜਾ ਸੱਚਾ ਸੁੱਚਾ ਮਾਰਗ ਵਾਹਿਗੁਰੂ ਦਾ ਧਰਮ ਕਰਮ ਸੀ, ਉੱਤੇ ਨਾ ਚਲਾਇਆ, ਉੱਤੇ ਨਾ ਪਾਇਆ। ਜੇ ਜੇ ਗੌਸ ਅੰਬੀਆ ਭਏ। ਜਿਹੜੇ ਜਿਹੜੇ ਵੀ ਗੌਸ ਪੀਰ ਲੋਕ, ਜਿਹੜੇ ਆਪਣੀ ਸ਼ਕਤੀ ਸਿੱਧੀ ਨਾਲ, ਕਰਾਮਾਤ ਨਾਲ ਆਪਣੇ ਅੰਗ ਵੱਖੋ ਵੱਖਰੇ ਕਰ ਲੈਂਦੇ ਆ। ਦੂਜੇ ਨੂੰ ਜਿਹੜਾ ਮਾਰਨ ਆਵੇ ਉਹਨੂੰ ਐਂ ਲੱਗੇ ਵੀ ਇਹ ਤੇ ਪਹਿਲਾਂ ਹੀ ਟੋਟੇ ਹੋਇਆ ਪਿਆ। ਉਹ ਐਸੀ ਸ਼ਕਤੀ ਹੁੰਦੀ, ਉਂਗਲੀਆਂ ਅੱਡ, ਬਾਹਾਂ ਅੱਡ, ਲੱਤਾਂ ਅੱਡ, ਢਿੱਡ ਅੱਡ, ਧੌਣ ਅੱਡ, ਐਵੇਂ ਗੌਸ ਉਹਨਾਂ ਨੂੰ ਕਹੀਦਾ, ਸ਼ਕਤੀ ਸਿੱਧੀ ਵਾਲੇ ਪੀਰ। ਤੇ ਅੰਬੀਆ ਕਹੀਏ ਜਿਹੜੇ ਪੂਰਨ ਪੈਗੰਬਰ, ਜਿਨ੍ਹਾਂ ਨੂੰ ਖੁਦਾ ਵੱਲੋਂ ਕੋਈ ਪੈਗਾਮ ਆਉਂਦਾ ਲੈ ਕੇ ਆਉਂਦੇ ਆ ਅਤੇ ਇੱਥੇ ਫਿਰ ਪ੍ਰਚਾਰ ਕਰਦੇ ਧਰਮ ਦਾ ਆਪਣੇ ਦਾ, ਉਹ ਹੁੰਦੇ ਅੰਬੀਆ ਪੈਗੰਬਰ। ਇਸ ਤਰ੍ਹਾਂ ਜਿਹੜੇ ਵੀ ਪਹਿਲਾਂ ਗੌਸ
ਤਗੜੇ ਮੁਸਲਮਾਨੀ ਮਤ ਦੇ ਪੀਰ ਤੇ ਅੰਬੀਆ ਪੈਗੰਬਰ ਹੋਏ ਐ। ਮੈਂ ਕਰਤ ਜਗਤ ਤੇ ਗਏ। ਉਹ ਸਾਰੇ ਕੀ ਮੈਂ ਖੁਦਾ ਹਾਂ, ਅੱਲਾਹ ਤਾਲਾ ਹਾਂ, ਇਵੇਂ ਕਰਦੇ ਮੈਂ ਕਰਦੇ ਸੰਸਾਰ ਤੋਂ ਚਲੇ ਗਏ ਹਨ। ਮਹਾਪੁਰਖ ਕਾਹੂ ਨਾ ਪਛਾਨਾ। ਜੋ ਮਹਾਪੁਰਖ ਇਹਨਾਂ ਦਾ ਵੀ ਜੋ ਮਾਲਕ ਸੀ, ਇਹ ਤੇ ਪੁਰਖ ਜੋ ਇਹਨਾਂ ਤੋਂ ਵੱਡਾ ਮਹਾਪੁਰਖ ਪਰਮੇਸ਼ਰ, ਉਸ ਨੂੰ ਤੇ ਕਿਸੇ ਨੇ ਪਛਾਣਿਆ ਹੀ ਨਾ। ਕਰਮ ਧਰਮ ਕੋ ਕਛੂ ਨਾ ਜਾਣਾ। ਜਿਹੜੇ ਧਰਮ ਦੇ ਨੇਕੀ ਦੇ ਕਰਮ ਹੈ, ਪਖੰਡ ਤੋਂ ਬਾਹਰੇ, ਜਿਹੜਾ ਪਖੰਡਕ ਦੇ ਪਖੰਡ ਦੇ ਧਰਮ ਦੇ ਕਰਮ ਹੁੰਦੇ ਨਾ, ਜਿਹੜੇ ਧਰਮ ਦੇ ਕਰਮ ਨੇਕੀ ਦੇ ਹੈ, ਜਿਹੜੇ ਬਣਦੇ ਆ ਕਰਨੇ, ਵਾਹਿਗੁਰੂ ਦੀ ਬੰਦਗੀ ਕਰਨੀ, ਇਹ ਧਰਮ ਦਾ ਕਰਮ ਹੀ ਹੈ। ਸੇਵਾ ਵਾਹਿਗੁਰੂ ਦੀ ਕਰਨੀ, ਇਹ ਤੇ ਕਿਸੇ ਨੇ ਜਾਣਿਆ ਕੋਈ ਨਾ, ਕਛੂ ਨਾ ਜਾਣਾ। ਜਿੰਨੇ ਵੀ ਆਏ ਇਹਨਾਂ ਨੇ ਜਾਣਿਆ ਕੋਈ ਨਾ, ਆਪਣੀ ਸੇਵਾ ਕਰਵਾਈ। ਅਵਰਨ ਕੀ ਆਸਾ ਕਛ ਨਾਹੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਜਿਹੜੀ ਹੋਰਾਂ ਦੀ ਆਸਾ ਰੱਖਣੀ ਨਾ, ਜਿਹੜੀ ਹੋਰਾਂ ਮਨੁੱਖਾਂ ਦੀ ਆਸਾ ਕਰਨੀ, ਅਕਾਲ ਪੁਰਖ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ, ਪੀਰਾਂ ਪੈਗੰਬਰਾਂ ਔਲੀਆਂ ਦੀ, ਇਹ ਆਸਾ ਵਿੱਚ ਕੁਝ ਨਹੀਂ ਪਿਆ ਹੈ, ਕੁਝ ਨਹੀਂ ਮਿਲਦਾ ਇਹਦੇ ਵਿੱਚ, ਇਹਦਾ ਕੋਈ ਫਾਇਦਾ ਨਹੀਂ ਹੈ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਤੇ ਪਰਮਾਤਮਾ ਨੂੰ ਚੇਤੇ ਕਰ। ਦੇਵੀ ਦੇਵਤੇ, ਪੀਰ ਪੈਗੰਬਰ ਔਲੀਏ, ਜਾਂ ਜਿਹੜੇ ਮਨੁੱਖ ਪਖੰਡੀ ਲੋਕ ਬਾਬੇ ਬਣੇ ਫਿਰਦੇ ਆ, ਇਹਨਾਂ ਦੀ ਤੂੰ ਜਿਹੜੀ ਹੈ ਨਾ ਆਸਾ ਵਿੱਚ ਕੁਝ ਨਹੀਂ ਪਾਈ ਪਿਆ। ਆਵਰਣ ਕੀ ਆਸਾ ਕਿਛ ਨਾਹੀ। ਹੋ ਪਰਮੇਸ਼ਰ ਤੋਂ ਬਿਨਾਂ ਹੋਰਾਂ ਦੀ ਆਸਾ ਵਿੱਚ ਕੁਝ ਨਹੀਂ ਜੇ ਪਿਆ, ਉਹ ਨਾ ਰੱਖੋ। ਫਿਰ ਆਵਰਣ ਨਾਮ ਅਗਿਆਨੀ ਦਾ ਵੀ ਹੁੰਦਾ। ਜਿਹੜੇ ਪਰਮੇਸ਼ਰ ਤੋਂ ਭੁੱਲੇ ਹੋਏ ਅਗਿਆਨੀ ਜੀਵ ਹੈ, ਉਹਨਾਂ ਦੀ ਆਸਾ ਵਿੱਚ ਕੁਝ ਪ੍ਰਾਪਤੀ ਨਹੀਂ ਹੈ। ਇੱਕ ਆਸ ਧਰੋ ਮਨ ਮਾਹੀ। ਇੱਕੋ ਹੀ ਆਸ ਧਰੋ ਭਾਈ ਮਨ ਦੇ ਵਿੱਚ, ਇੱਕੋ ਹੀ ਆਸ ਪਰਮੇਸ਼ਰ ਦੀ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹੋ ਆਸ ਇਹੋ ਆਧਾਰ। ਮਹਾਰਾਜ ਤੇਰਾ ਨਾਮ ਹੀ ਤਾਰਨ ਵਾਲਾ ਹੈ, ਮੈਨੂੰ ਇਹੋ ਹੀ ਆਸ ਹੈ, ਮੇਰਾ ਇਹੋ ਹੀ ਆਸਰਾ ਹੈ। ਤੇ ਉਸ ਨੂੰ ਧਿਆ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮੈਂ ਗਰੀਬ ਸਜ ਟੇਕ, ਤੂੰ ਤੇਰਾ ਨਾਮ ਹੈ ਆਧਾਰਾ। ਇਹ ਭਾਈ ਮਿਲੇ ਨਾਮ ਆਧਾਰਾ। ਉਸ ਇੱਕੋ ਹੀ ਆਸ ਧਰੋ ਮਨ ਦੇ ਵਿੱਚ, ਪਰਮੇਸ਼ਰ ਤੇ ਉਹਦੇ ਨਾਮ ਦੀ। ਆਨ ਆਸ ਉਪਜਤ ਕਿਛ ਨਾਹੀ। ਜਿਹੜੀ ਕਿਸੇ ਦੀ ਹੋਰਾਂ ਦੀ ਆਸਾ ਰੱਖਣੀ ਨਾ, ਉਹਦੇ ਵਿੱਚ ਕੁਝ ਵੀ ਪੈਦਾ ਨਹੀਂ ਹੁੰਦਾ, ਕੋਈ ਲਾਭ ਨਹੀਂ ਹੁੰਦਾ, ਕੋਈ ਖੱਟੀ ਨਹੀਂ ਖੱਟੀ ਦੀ। ਵਾਕੀ ਆਸ ਧਰੋ ਮਨ ਮਾਹੀ। ਬਸ ਉਸ ਅਕਾਲ ਪੁਰਖ ਪਰਮੇਸ਼ਰ ਦੀ ਆਸਾ ਹੀ ਧਰੋ ਮਨ ਦੇ ਵਿੱਚ ਭਾਈ, ਉਹਦੀ ਆਸਾ ਹੀ ਖਾਲਸਾ ਜੀ ਧਰੋ, ਬਾਕੀਆਂ ਆਸਾ ਛੱਡ ਦਿਓ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਸਾਰੀਆਂ ਆਸਾਂ ਮਨਸਾ ਪੂਰੀਆਂ ਕਰਦਾ ਪਰਮੇਸ਼ਰ। ਉਹਨੂੰ ਛੱਡ ਕੇ ਕਿਹਦੀ ਆਸ ਰੱਖਣੀ ਹੈ, ਉਹ ਆਸਾਂ ਵਿਅਰਥੀ ਹਨ। ਦੋਹਰਾ ਕੋਈ ਪੜਤ ਕੁਰਾਨ ਕੋ। ਗੁਰੂ ਸਾਹਿਬ ਕਹਿੰਦੇ ਆ ਵੀ ਕੋਈ ਜਿਹੜੇ ਹੈ ਨਾ ਮੁਸਲਮਾਨ ਲੋਕ, ਕੋਈ ਜਿਹੜੇ ਮੁਸਲਮਾਨੀ ਪੁਰਸ਼ ਉਹਦੇ ਕੁਰਾਨਾਂ ਨੂੰ ਪੜ੍ਹੀ ਜਾਂਦੇ ਹਨ, ਕੁਰਾਨ ਪੜ੍ਹਦਾ ਹੈ ਕੋਈ ਕਿਤੇ। ਕੋਈ ਪੜਤ ਪੁਰਾਨ। ਕੋਈ ਜਿਹੜੇ ਹਿੰਦੂ ਕਹਿੰਦੇ ਵੀ ਅਸੀਂ ਹਿੰਦੂ ਆ, ਉਹ ਪੁਰਾਣ ਪੜ੍ਹੀ ਜਾਂਦੇ, ਪੁਰਾਣ ਪੜ੍ਹਦੇ ਹਨ ਸਵਾਰ ਕੇ ਸੁਰਤੀਆਂ। ਕਾਲ ਨਾ ਸਕਤ ਬਚਾਏਗਾ। ਪਰ ਇਹ ਜਿਹੜਾ ਪੜ੍ਹਨਾ ਨਾ ਕਿਸੇ ਨੂੰ ਕਾਲ ਤੋਂ ਬਚਾ ਨਹੀਂ ਸਕਦਾ। ਤੁਸੀਂ ਕਹੋਗੇ ਫਿਰ ਬਾਣੀ ਪੜ੍ਹਨੀ ਤੇ ਬਾਣੀ ਦਾ ਕੀ ਕਰਾਂਗੇ? ਭਾਈ ਕੁਰਾਨ ਪੜ੍ਹੋ, ਕੁਰਾਨ ਪੜ੍ਹੋ। ਜੇ ਅਮਲ ਨਹੀਂ ਨਾ ਕੀਤਾ ਗੁਰਬਾਣੀ 'ਤੇ ਵੀ, ਜੇ ਅਸੀਂ ਅਮਲ ਨਹੀਂ ਨਾ ਕਰਦੇ, ਉਹਦਾ ਕੋਈ ਲਾਹਾ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਆ ਕਾਲ ਨਾ ਸਕਤ ਬਚਾਏ ਕੈ। ਇਹ ਪੜ੍ਹਨਾ ਜਿਹੜਾ ਅਮਲ ਤੋਂ ਬਿਨਾਂ, ਇਹ ਤੋਂ ਕਾਲ ਨਹੀਂ ਬਚਾ ਸਕਦਾ, ਮੌਤ ਤੋਂ ਨਹੀਂ ਬਚਾ ਸਕਦਾ। ਇਹ ਪੜ੍ਹਨਾ ਵਿਅਰਥ ਦਾ ਅਮਲ ਤੋਂ ਬਿਨਾਂ। ਫੋਕਟ ਧਰਮ ਨਿਦਾਨ ਕਈ ਅੰਤ ਸਮੇਂ ਜਿਹੜੇ ਧਰਮ ਕੀਤੇ ਨਾ, ਇਹ ਵੀ ਪੜ੍ਹਦਾ ਬੜਾ ਸੀ ਜੀ, ਇਹ ਸਭ ਨਿਸਫਲ ਵਿਅਰਥ ਹੋ ਜਾਂਦੇ ਹਨ, ਇਹ ਕਿਸੇ ਕੰਮ ਨਹੀਂ ਆਉਂਦੇ। ਜਿਹੜੇ ਗਿਆਨੀ ਪੁਰਸ਼ ਹੁੰਦੇ ਆ, ਉਹ ਜਦੋਂ ਇਹੋ ਜਿਹੇ ਕੋਈ ਬਚਨ ਆਉਂਦੇ ਆ ਤੇ ਉਹਨਾਂ ਨੂੰ ਸਿਧਾਂਤ ਦਾ ਪਤਾ ਹੁੰਦਾ,
ਕਿ ਸਤਿਗੁਰੂ ਜੀ ਨੇ ਇੱਥੇ ਕਿਹੜੇ ਪੱਖ ਨਾਲ ਕਿਹੜੀ ਗੱਲ ਕਹੀ ਹੈ। ਅਤੇ ਜਿਹੜੇ ਵਿਚਾਰੇ ਥੋੜ੍ਹੀ ਬੁੱਧੀ ਵਾਲੇ ਹੁੰਦੇ ਆ, ਕਿਉਂਕਿ ਗੁਰੂ ਕਾ ਉਪਦੇਸ਼, ਸ਼ਾਸਤਰਾਂ ਦਾ ਉਪਦੇਸ਼ ਉਹ ਅਧਿਕਾਰੀ ਨੂੰ ਦਿੱਤਾ ਜਾਂਦਾ। ਭਾਂਡਾ ਵੇਖ ਕੇ ਅਤੇ ਫਿਰ ਦੁੱਧ ਪਾਇਆ ਜਾਂਦਾ ਹੈ। ਗੁਰੂ ਕਾ ਉਪਦੇਸ਼ ਬਹੁਤ ਉੱਚਾ ਸੁੱਚਾ ਹੈ। ਅਗਲੇ ਬੰਨੇ ਅਧਿਕਾਰੀ ਵੇਖ ਕੇ ਦਿੱਤਾ ਜਾਵੇ ਤਾਂ ਸਹੀ ਗੱਲ ਹੈ, ਉਹਨੂੰ ਪਤਾ ਲੱਗ ਜਾਂਦਾ ਸਤਿਗੁਰੂ ਕੀ ਪੱਖ ਰੱਖ ਰਹੇ ਹੈ। ਕਿ ਹੁਣ ਇੱਥੇ ਮਹਾਰਾਜ ਕਹਿ ਰਹੇ ਵੀ ਕੋਈ ਪੜ੍ਹਤ ਕੁਰਾਨ ਕੋ, ਕੋਈ ਪੜ੍ਹਤ ਪੁਰਾਨ, ਕਿ ਕੋਈ ਦੇ ਪੁਰਾਣ ਪੜ੍ਹੀ ਜਾਂਦਾ ਹੈ, ਕੋਈ ਕੁਰਾਨ ਪੜ੍ਹੀ ਜਾਂਦਾ ਹੈ। ਕਾਲ ਨਾ ਸਕਤ ਬਚਾਏ ਕੈ ਫੋਕਟ ਧਰਮ ਨਿਦਾਨ, ਪਰ ਕਾਲ ਨਹੀਂ ਬਚਾ ਸਕਦਾ ਇਹ ਪੜ੍ਹਨਾ ਹੈ। ਅਤੇ ਨਿਦਾਨ ਅੰਤ ਨੂੰ ਇਹ ਧਰਮ ਦੇ ਕੰਮ ਕੀਤੇ ਨਿਸਫਲ ਹੋ ਜਾਂਦੇ। ਪ੍ਰਸ਼ਨ ਖੜਾ ਹੁੰਦਾ ਵੀ ਗੁਰਬਾਣੀ ਪੜ੍ਹਦੇ ਹਾਂ, ਫਿਰ ਇਹ ਵੀ ਅੰਤ ਨੂੰ ਬਚਾ ਨਹੀਂ ਸਕੇਗੀ। ਨਹੀਂ ਭਾਈ, ਗੁਰੂ ਸਾਹਿਬ ਦਾ ਕਹਿਣ ਦਾ ਮਤਲਬ ਵੀ ਕੁਰਾਨ ਪੜ੍ਹੋ, ਪੁਰਾਣ ਪੜ੍ਹੋ। ਜੇ ਅਮਲ ਤੋਂ ਜਿਹੜੇ ਅਮਲ ਕੀਤੇ ਤੋਂ ਬਿਨਾਂ ਜਿਹੜਾ ਪੜ੍ਹਨਾ ਇਹ ਵਿਅਰਥ ਹੈ, ਨਿਸਫਲ ਹੈ। ਜਿਹੜਾ ਪੜ੍ਹੀ ਜਾਣਾ ਅਤੇ ਉਹਦਾ ਅਮਲ ਨਾ ਕਰਨਾ, ਉਹਦੇ ਤੁਸੀਂ ਕੁਝ ਵੀ ਪੜ੍ਹੋ ਅਤੇ ਉਹਦਾ ਨੁਕਸਾਨ ਹੀ ਹੈ। ਜਾਂ ਕਿਸੇ ਵੇਲੇ ਇਹ ਵੀ ਹੋ ਜਾਂਦਾ ਵੀ ਬੰਦੇ ਦੇ ਮਨ 'ਚ ਬੜੀ ਹੁੰਦੀ, ਸੱਚੇ ਪਾਤਸ਼ਾਹ ਨੇ ਜੋ ਕਿਹਾ ਮਨ ਬੜਾ ਕੋਸਦਾ, ਮਹਾਰਾਜ ਬੜੇ ਗਲਤ ਹਾਂ, ਪਰ ਮੰਨਿਆ ਨਹੀਂ ਜਾਂਦਾ। ਉਹ ਮੰਨਣਾ ਮਨਾਉਣਾ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ, ਪਰ ਆਪਣਾ ਧਰਮ ਹੈ ਉਸਨੂੰ ਪੜ੍ਹਨਾ, ਵਿਚਾਰਨਾ। ਗੁਰੂ ਮਹਾਰਾਜ ਅਗਲੇ ਪਾਸੇ ਲੇਖੇ ਲਾਏ ਵੀ ਉਹਦਾ ਮਨ ਦੇ ਸਾਡੇ ਜਿਹੜਾ ਪ੍ਰਭਾਵ ਪਵੇ, ਅਸੀਂ ਗੁਰੂ ਦੇ ਬਚਨ ਸਮਝ ਸਕੀਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਾ ਇੱਥੇ ਜਿਹੜਾ ਇਹ ਲਿਖਣ ਦਾ ਮਕਸਦ ਹੈ ਉਹ ਇਹ ਹੈ ਵੀ ਭਾਈ ਕੋਈ ਕੁਰਾਨ ਪੜ੍ਹੀ ਜਾਂਦਾ, ਕੋਈ ਪੁਰਾਣ ਪੜ੍ਹੀ ਜਾਂਦਾ, ਅੰਤ ਨੂੰ ਜਿਹੜੇ ਨਾ ਇਹ ਧਰਮ ਨਿਸਫਲ ਵਿਅਰਥ ਹੋ ਜਾਂਦੇ ਆ। ਕਾਲ ਨਹੀਂ ਬਚਾ ਸਕਦਾ ਇਹ ਪੜ੍ਹਨਾ ਜੇ ਅਮਲ ਨਹੀਂ ਕੀਤਾ, ਅਤੇ ਜਿਹੜੇ ਅਮਲ ਕਰਦੇ ਉਹ ਅਮਰ ਹੁੰਦੇ ਹਨ। ਜੋ ਕਈ ਕੋਟ ਮਿਲ ਪੜਤ ਕੁਰਾਨਾ, ਕਈ ਕਰੋੜਾਂ ਪੁਰਸ਼ ਮਿਲ ਕੇ ਜਿਹੜੇ ਮੁਸਲਮਾਨ ਹੈ ਉਹ ਕੁਰਾਨ ਪੜ੍ਹਦੇ ਹਨ। ਬਾਚਤ ਕਿਤੇ ਪੁਰਾਨ ਅਜਾਨਾ, ਤੇ ਕਈ ਅਜਾਣ ਬੇਸਮਝ ਜਿਹੜੇ ਮੂਰਖ ਮਤ ਜੇ ਵਾਲੇ ਆ, ਉਹ ਕਿੰਨੇ ਆਪਣਿਆਂ ਨੂੰ ਹਿੰਦੂ ਖਵਾਉਂਦੇ ਹੋਏ ਪੁਰਾਣ ਵਾਚੀ ਜਾਂਦੇ, ਪੜ੍ਹੀ ਜਾਂਦੇ ਹਨ, ਅਮਲ ਤੋਂ ਕੀਤੇ ਤੋਂ ਬਿਨਾਂ ਹੀ। ਅੰਤ ਕਾਲ ਕੋਈ ਕਾਮ ਨਾ ਆਵਾ, ਪਰ ਅੰਤ ਸਮੇਂ ਇਹ ਪੜ੍ਹਿਆ ਲਿਖਿਆ ਕੋਈ ਕੰਮ ਨਹੀਂ ਆਉਂਦਾ ਹੈ। ਦਾਵ ਕਾਲ ਕਾਹੂ ਨਾ ਬਚਾਵਾ, ਜਿਹੜਾ ਕਾਲ ਦਾ ਦਾਵ ਘਾਵ ਹੈ ਨਾ ਵਾਰ, ਉਸ ਤੋਂ ਕਿਸੇ ਕੋਈ ਵੀ ਨਹੀਂ ਬਚਾ ਸਕਦਾ। ਅੰਤ ਸਮੇਂ ਇਹ ਕੋਈ ਕੰਮ ਨਹੀਂ ਆਉਂਦਾ ਹੈ। ਅੰਤ ਸਮੇਂ ਦੇ ਗੁਰੂ ਹੀ ਕੰਮ ਆਉਂਦੇ ਹੈ। ਇਹਨਾਂ ਦੇ ਗੁਰੂ ਕੰਮ ਆ ਜਾਂਦੇ ਆ। ਮਹਾਰਾਜ ਲਿਖਿਆ ਨਾਮ ਕੰਮ ਆਉਂਦਾ, ਇੱਕ ਗੁਰੂ ਕੰਮ ਆਉਂਦੇ ਹੈ। ਤਿੰਨ ਜੰਮ ਕੀ ਤਬ ਨਾ ਹੋਵਈ, ਨਾ ਹੋਏ ਦੁੱਖ ਸਹਾਹੇ, ਨਾ ਹੋਣਾ ਤੂੰ ਨਾ ਛੁੱਟ ਹੈ, ਨਿਕਟ ਨਾ ਜਾਈਹ ਦੂਤ। ਉਹ ਬਚ ਜਾਂਦੇ ਹਨ ਜਿਹੜੇ ਪਰ ਗੁਰੂ ਪੂਰੇ ਦੀ ਸ਼ਰਨ ਲੈਂਦੇ ਆ, ਉਹਨਾਂ ਨੂੰ ਸਤਿਗੁਰੂ ਬਚਾ ਲੈਂਦੇ ਹਨ। ਬਾਕੀ ਉਹਦੇ ਦਾਵ ਘਾਲ ਕਾਹੂ ਨਾ ਬਚਾਵਾ, ਉਸ ਕਾਲ ਦੇ ਦਾਵ ਘਾਲ ਤੋਂ ਬਚਾ ਨਹੀਂ ਸਕਦਾ ਕੋਈ। ਕਿਉ ਨਾ ਜਪੋ ਤਾਕੋ ਤੁਮ ਭਾਈ, ਇਸ ਕਰਕੇ ਭਾਈ ਪਿਆਰਿਓ ਭਰਾਓ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਨੂੰ ਤੁਸੀਂ ਭਲਾ ਕਿਉਂ ਨਹੀਂ ਵੀ ਜਪਦੇ, ਜਿਹਨੇ ਬਚਾਉਣਾ ਅੰਤ ਨੂੰ। ਅੰਤ ਕਾਲ ਜੋ ਹੋਏ ਸਹਾਈ, ਜੋ ਅੰਤ ਸਮੇਂ ਪਰਮੇਸ਼ਰ ਸਹਾਇਤਾ ਕਰਦਾ, ਅੰਤ ਸਮੇਂ ਉਹੀ ਉਹ ਸਹਾਇਤਾ ਕਰਦਾ, ਬਾਕੀ ਦੇ ਸਭ ਪਿੱਛੇ ਹਟ ਜਾਂਦੇ ਹੈ। ਜੋ ਅੰਤ ਦਾ ਸਮਾਂ ਆਉਂਦਾ, ਮਲਕਲ ਮੌਤ ਜਾ ਆਵਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਅੰਤ ਵੇਲੇ ਕੋਈ ਵੀ ਨਹੀਂ ਸਹਾਇਤਾ ਕਰਦਾ। ਮਹਾਰਾਜ ਕਹਿੰਦੇ ਹੈ ਕਿ ਫੋਗਟ ਧਰਮ ਵਿਸਾਰ, ਇਹ ਫੋਗਟ ਧਰਮ ਦੇ ਜਿਹੜੇ ਭੁਲਾ ਦੇ ਮੂਰਖ ਜੀ ਵੇਖ ਤੋ ਤਨ ਤਿਆਗ ਧੀ ਸੁਨ ਰੇ, ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ, ਪੁੱਤਰ ਕ੍ਰਿਤਰ ਸੋ ਮਿੱਤਰ ਸਖਾ, ਇਹ ਬੇਗ ਨਿਕਾਰ ਹੋ ਆਇਸ ਦੈ ਹੈ, ਭਉਨ ਭੰਡਾਰ ਧਰਾਗੜ ਜੇਤ ਕੋਈ ਛਾੜਤ ਪ੍ਰਾਨ ਵਿਗਾਨ ਕਹੈ ਹੈ, ਚੇਤਰੇ ਚੇਤ ਅਚੇਤ ਮਹਾਪਸ ਅੰਤ ਕੀ ਵਾਰ ਅਕੇਲੋ ਹੀ ਜੈ ਹੈ। ਇਹ ਪਸ਼ੂ ਅੰਤ ਦੇ ਵੇਲੇ ਪਰਮੇਸ਼ਰ ਦਾ ਨਾਮ ਹੀ ਇਕੱਲਾ ਜਾਣਾ, ਉਹਨੂੰ ਤੂੰ ਚੇਤੇ ਨਹੀਂ ਕਰਦਾ। ਜਿਹੜੇ ਤੇਰੇ ਨਾਲ ਜਾਣੇ ਕੋਈ ਨਹੀਂ, ਉਹਨਾਂ ਨੂੰ ਚੇਤੇ ਤੂੰ ਵਿੱਚੋਂ ਕੱਢਦਾ ਕੋਈ ਨਹੀਂ। ਤੂੰ ਅੱਠੇ ਪੈਰ ਤੇਰਾ ਚੇਤਾ ਉੱਥੇ ਹੀ,
ਸਾਰੇ ਜਿਹੜੇ ਤੇਰੇ ਨਾਲ ਹੈ ਨਾ, ਤੇਰੇ ਸੰਗੀ ਸਾਥੀ, ਇਹ ਤੇ ਫਿਰ ਅੰਤ ਵੇਲੇ ਭਜਦੇ ਆ ਕਿ ਬਿਪਤ ਪਰੀ ਸਭ ਹੀ ਸੰਗ ਛੱਡਤ ਕਹੂ ਨਾ ਆਵਤ ਨੇਰਾ। ਜਦੋਂ ਤੈਨੂੰ ਬਿਪਤਾ ਪੈਂਦੀ ਨਾ ਤੇਰੇ ਜੀਵ ਆਤਮਾ ਨੂੰ, ਉਦੋਂ ਕੋਈ ਨੇੜੇ ਨਹੀਂ ਆਉਂਦਾ ਹੈ। ਅਤੇ ਸੰਸਾਰ ਦਾ ਵਿਹਾਰ ਹੀ ਹੈ ਉਦੋਂ ਔਖੇ ਵੇਲੇ ਭੱਜਣਾ। ਇਸ ਕਰਕੇ ਪਰਮੇਸ਼ਰ ਦੀ ਤੂੰ ਬੰਦਗੀ ਕਰ, ਅੰਤ ਵੇਲੇ ਜਿਹੜਾ ਤੇਰਾ ਸਹਾਈ ਹੋਣਾ ਹੈ, ਉਸ ਅਕਾਲ ਪੁਰਖ ਨੂੰ ਮਹਾਰਾਜ ਕਹਿੰਦੇ ਚੇਤੇ ਕਰ, ਅੰਤ ਕਾਲ ਜੋ ਹੋਏ ਸਹਾਈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਉਸ ਨਾਮ ਨੂੰ ਤੂੰ ਜਪ ਭਾਈ, ਜਿਹੜਾ ਤੇਰਾ ਅੰਤ ਵੇਲੇ ਸਹਾਈ ਹੋਏਗਾ। ਕਿਉਂ ਨਹੀਂ ਤੁਸੀਂ ਜਪਦੇ ਉਹਨੂੰ, ਕਿਉਂ ਕਿਰਤਕਣ ਹੋਏ ਹੋ? ਫੋਕਟ ਧਰਮ ਲਖੋ ਕਰ ਭਰਮਾ। ਇਹ ਜਿਹੜੇ ਧਰਮ ਦੇ ਹੈ ਨਾ ਕੰਮ, ਇਹ ਜਿਹੜੇ ਕਰਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਇਹ ਸਭ ਨਿਸਫਲ ਹੀ ਜਾਣ ਲਓ, ਭਰਮ ਭੁਲੇਖੇ ਹੀ ਹਨ, ਭਰਮਾਉਣ ਵਾਲੇ ਹੀ ਹਨ। ਇਨ ਤੇ ਸਰਤ ਨਾ ਕੋਈ ਕਰਮਾ। ਇਹਨਾਂ ਤੋਂ ਕੋਈ ਕੰਮ ਨਹੀਂ ਸਰਦਾ ਹੈ। ਇਹਨਾਂ ਤੋਂ ਜਿਹੜਾ ਕੰਮ ਸਫਲ ਹੋਣਾ ਸੀ ਨਾ, ਮਨੁੱਖ ਜਨਮ ਸਫਲਾ ਕਰਨਾ, ਉਹ ਕੰਮ ਨਹੀਂ ਸਰਦਾ ਹੈ। ਲੋਕ ਪਰਲੋਕ ਦਾ ਕੰਮ ਨਹੀਂ ਸਰਦਾ ਹੈ। ਜੰਮਣ ਮਨ ਰੂਪੀ ਕਰਮ ਨਹੀਂ ਸਰਦਾ ਹੈ, ਇਹ ਕੰਮ ਨਹੀਂ ਹੁੰਦੇ ਪੂਰੇ। ਇਹ ਕਾਰਨ ਪ੍ਰਭ ਹਮੈ ਬਨਾਇਓ। ਐਵੇਂ ਖਾਲਸਾ ਜੀ, ਇਸੇ ਕਾਰਨ ਕੰਮ ਵਾਸਤੇ, ਕਾਰਜ ਵਾਸਤੇ ਸਾਨੂੰ ਪਰਮੇਸ਼ਰ ਨੇ ਬਣਾਇਆ, ਸਾਜਿਆ, ਸਿਰਜਿਆ। ਭੇਦ ਭਾਖ ਇਹ ਲੋਕ ਪਠਾਇਓ। ਜਿਹੜਾ ਭੇਦ ਸੀ ਨਾ ਅੰਦਰਲਾ, ਜਿਹੜਾ ਗੁੱਝਾ ਭੇਦ ਸੀ, ਇਹ ਦੱਸ ਕੇ ਵਾਹਿਗੁਰੂ ਨੇ ਸਾਨੂੰ ਇਹ ਲੋਕ, ਇਹ ਮਾਤ ਲੋਕ ਵਿੱਚ ਭੇਜਿਆ। ਜੋ ਤਿਨ ਕਹਾ ਸੋ ਸਭਨ ਉਚਰੋ। ਜੋ ਤਿਨ ਕਹਾ, ਜੋ ਪ੍ਰਭੂ ਵਾਹਿਗੁਰੂ ਨੇ ਕਿਹਾ ਹੈ, ਉਹ ਸਾਰੇ ਜੀਵਾਂ ਨੂੰ ਜਿਹੜਾ ਅਸੀਂ ਸੁਨੇਹਾ ਦੇਵਾਂਗੇ, ਉਹੀ ਅਸੀਂ ਕਹਾਂਗੇ ਜੋ ਉਸ ਵਾਹਿਗੁਰੂ ਨੇ ਕਿਹਾ ਹੈ। ਦੂਜੀ ਗੱਲ ਬਿਲਕੁਲ ਨਹੀਂ ਕਹਾਂਗੇ। ਪਿੰਡ ਵਿੰਡ ਧਿਆਨ ਨਾਲ, ਡਿੰਡ ਵਿੰਡ ਡਿੰਬ ਵਿੰਡ ਕਛੂ ਨਾਕ ਨਾ ਕਰੋ। ਡਿੰਬ ਵਿੰਬ ਪਾਠ ਗੱਲ ਕਰ, ਡਿੰਬ ਵਿੰਬ ਕਛੂ ਨੈਕ ਨਾ ਧਰੋ। ਡਿੰਬ ਮਹਾਰਾਜ ਕਹਿੰਦੇ ਡਿੰਬ ਕਹੀਦਾ ਹੈ ਪਖੰਡ ਨੂੰ, ਅਤੇ ਵਿੰਬ ਕਹੀਦਾ ਹੈ ਵਲ ਛਲ ਨੂੰ, ਬਣਾਵਟ ਨੂੰ, ਜਿਹੜੀ ਪਖੰਡ ਦੀ ਬਣਾਵਟ ਹੈ। ਸਤਿਗੁਰੂ ਕਹਿੰਦੇ ਤੇ ਥੋੜ੍ਹੇ ਮਾਤਰ ਵੀ ਅਸੀਂ ਨਹੀਂ ਧਾਰਾਂਗੇ, ਨਾ ਪਖੰਡ ਕਰਾਂਗੇ, ਨਾ ਕੋਈ ਬਣਾਵਟ ਹੀ ਧਾਰਾਂਗੇ। ਪਾਠ ਹੈਗਾ ਡਿੰਬ ਵਿੰਬ ਕਿਛ ਨੈਕ ਨਾ ਕਰੋ। ਸਤਿਗੁਰੂ ਕਹਿੰਦੇ ਡਿੰਬ ਜੋ ਪਖੰਡ ਹੈ, ਵਿੰਬ ਕਹੀਏ ਜਿਹੜਾ ਛਲ ਫਰੇਬ ਹੈ, ਬਣਾਵਟ ਹੈ, ਇਹ ਤੇ ਅਸੀਂ ਥੋੜ੍ਹੀ ਮਾਤਰ ਵੀ ਨਹੀਂ ਧਾਰਾਂਗੇ। ਕਿਸੇ ਨਾਲ ਥੋੜ੍ਹਾ ਮਾਤਰ ਹੀ ਪਖੰਡ, ਜਿਹੜਾ ਪਖੰਡ ਨਹੀਂ ਕਰਾਂਗੇ, ਨਾ ਹੀ ਕਿਸੇ ਨਾਲ ਛਲ ਫਰੇਬ ਵੀ ਕਰਾਂਗੇ। ਨਹੀਂ ਤਾਂ ਹੁੰਦਾ ਨਾ ਕਿ ਬੰਦਾ ਜਦੋਂ ਥੋੜ੍ਹਾ ਜਿਹਾ ਕਿਤੇ ਉਹਦਾ ਸਹਾਰਾ ਕੋਈ ਬਣ ਜੇ, ਉਹਨੂੰ ਕੋਈ ਸਹਾਰਾ ਦੇ ਦੇਣ, ਅਤੇ ਉਹ ਪਖੰਡ ਵੀ ਕਰਨ ਲੱਗ ਪੈਂਦਾ ਹੈ, ਅਤੇ ਛਲ ਫਰੇਬ ਵੀ ਕਰਨ ਲੱਗ ਪੈਂਦਾ ਹੈ। ਕਈ ਬਣੇ ਹੁੰਦੇ ਨਾ ਇਹੋ ਜਿਹੇ ਸਾਧੂ, ਅਤੇ ਉਹ ਪਖੰਡ ਵੀ ਪੂਰਾ ਹੁੰਦਾ, ਲੋਕਾਂ ਵਿੱਚ ਪੂਰੀ ਜੈ ਜੈਕਾਰ। ਅਤੇ ਅੰਦਰ ਬਹਿ ਕੇ ਕਰਮ ਕਮਾਵੇ, ਅੰਦਰ ਬਹਿ ਕੇ ਮਾੜੇ ਕਰਮ ਕਮਾਉਣੇ, ਬਾਹਰ ਸਾਧੂ ਬਣ ਬਹਿਣਾ, ਮਾਲਾ ਤਗੜੀ ਪਾ ਕੇ, ਗਿੱਟਿਆਂ ਤੱਕ ਲੰਬਾ ਚੋਗਾ ਖੁੱਲ੍ਹਾ ਪਾ ਕੇ, ਅਤੇ ਆਪਣੇ ਸਰੀਰ 'ਤੇ ਸਵਾਹ ਕਈਆਂ ਨੇ ਮਲ ਲੈਂਦੇ ਹੈ। ਸਵਾਹ ਮਲ ਕੇ ਹੱਥ 'ਚ ਤਰਸੂਲ ਫੜ ਕੇ, ਜੜਾਵਾਂ ਪਛਾਣ ਨੂੰ ਸੁੱਟ ਕੇ, ਸਰੀਰ 'ਤੇ ਚਾਹ ਚਿੱਟਾ ਕਰਕੇ, ਲੰਗੋਟੀ ਬੰਨ੍ਹ ਕੇ, ਨਹੁੰ ਵਧਾ ਕੇ ਸਾਧੂ ਮਹਾਰਾਜ ਆਏ ਹਨ। ਅਤੇ ਇਹ ਪਖੰਡ ਕਰ ਲੈਂਦੇ। ਫਿਰ ਛਲ ਫਰੇਬ ਬੜੇ ਕਰਦੇ ਕਈ, ਅਸੀਂ ਡਬਲ ਸੋਨਾ ਕਰ ਦਿੰਦੇ ਹਾਂ, ਕਿ ਡਬਲ ਸੋਨਾ ਕਰਾਉਣ ਦੇ ਕਰ ਦਿਆਂਗੇ। ਨਾ ਥੋੜ੍ਹੇ ਦਿਨ ਹੋਏ ਪਿੱਛੇ ਵੀ ਇੱਕ ਦੀ ਖਬਰ ਜਿਹੀ ਆਈ ਸੀ, ਉਹ ਕਹਿੰਦਾ ਮੈਨੂੰ 10,000 ਦਿਓ, ਤੁਹਾਨੂੰ 20,000 ਦਊਂ ਅੱਗੋਂ। ਇਸੇ ਤਰ੍ਹਾਂ ਹੀ ਉਹ ਕਈ ਹੈਗੇ ਆ ਵੀ ਆਦੇ ਵੀ ਡਬਲ ਸੋਨਾ ਬਣਾ ਦਿਆਂਗੇ, ਪਰ ਉਹਨਾਂ ਨੇ ਸਾਰੀ ਬਣਾਵਟ ਪਹਿਲਾਂ ਬਣਾਈ ਹੁੰਦੀ ਆ ਵੀ ਜਿਹੜੀ ਚੀਜ਼ ਹੈ ਤਾਂਬੇ ਤੁੰਬੇ ਦੀ, ਪਹਿਲਾਂ ਉਹਨੂੰ ਚਾਲ ਚੂਲ ਮਾਰ ਕੇ ਰੱਖੀ ਹੁੰਦੀ ਆ, ਸੋਨੇ ਦੀ, ਚਾਂਦੀ 'ਤੇ ਹੀ, ਤਾਂਬੇ 'ਤੇ ਹੀ, ਅਤੇ ਫੜਕਾਂ 'ਤੇ ਲਾ ਤੁਹਾਡਾ ਦੂਣਾ ਸੋਨਾ ਕਰਕੇ ਦਈਏ।
ਫੜ ਕੇ ਉਹਨਾਂ ਦੀ ਚੀਜ਼ ਫਿਰ ਉਲਟਾ ਜਿਹਾ ਪਾਸਾ ਜਿਹਾ ਕਰਕੇ ਹੱਥ ਦੀ ਸਫਾਈ ਨਾਲ ਦਿਖਾ ਦਿੰਦੇ, ਆ ਤੁਹਾਡਾ ਡਬਲ ਸੋਨਾ ਕਰਤਾ। ਲੋਕ ਖੁਸ਼ ਹੁੰਦੇ ਜਦੋਂ ਸੁਨਿਆਰੇ ਕੋਲ ਜਾਂਦੇ ਆ, ਸੁਨਿਆਰਾ ਜੋ ਚੈੱਕ ਕਰਦਾ, ਉਹ ਕਹਿੰਦਾ ਵੀ ਇਹਦੇ ਤਾਂਬੇ ਦੀ ਚਾਲ ਸੋਨੇ ਦੀ ਵੱਜੀ ਹੋਈ ਹੈ। ਫਿਰ ਉਦੋਂ ਲੋਕ ਕਈ ਰੋਂਦੇ ਆ ਵੀ ਆਹ ਡਬਲ ਸੋਨੇ ਦਾ ਚੰਗਾ ਕੰਮ ਮਹਿੰਗਾ ਪਿਆ ਹੈ। ਇਹ ਵਹਿਮ ਹੁੰਦਾ ਛਲ ਫਰੇਬ ਕਰਨਾ, ਕਿਸੇ ਦੇ ਨਾਲ ਦਗਾ ਕਰਨਾ, ਧੋਖਾ ਕਰਨਾ, ਪਖੰਡ ਕਰਨਾ। ਸਤਿਗੁਰੂ ਕਹਿੰਦੇ ਡਿੰਬ ਵਿੰਬ ਕਿਛ ਨੈਗ ਨਾ ਕਰੋ, ਥੋੜ੍ਹਾ ਮਾਤਰ ਹੀ ਪਖੰਡ ਦੀ ਬਨੌਟ, ਛਲ ਫਰੇਬ ਦਗਾ ਨਹੀਂ ਮੈਂ ਕਰਾਂਗਾ। ਰਸਾਵਲ ਛੰਦ ਨਾ ਜਟਾ ਮੂੰਡ ਧਾਰੋ। ਸਤਿਗੁਰੂ ਕਹਿੰਦੇ ਨਾ ਹੀ ਅਸੀਂ ਜਿਵੇਂ ਕਈ ਸਾਧੂ ਨੇ ਜਟਾਵਾਂ ਬਣਾਈਆਂ ਸਨ, ਦੱਤਾਤਰੇయ ਦੇ ਪੈਰੋਕਾਰਾਂ ਨੇ, ਸੰਨਿਆਸੀਆਂ ਨੇ, ਉਹ ਜੜਾਵਾਂ ਵੀ ਸੀਸ ਉੱਪਰ ਨਹੀਂ ਧਾਰਾਂਗੇ, ਵੱਡੀਆਂ ਵੱਡੀਆਂ ਜੜਾਵਾਂ ਨਹੀਂ ਗਿੱਟਿਆਂ ਤੱਕ ਰੱਖਾਂਗੇ। ਨਾ ਮੰਦਰ ਕਾ ਸਵਾਰਾ, ਨਾ ਹੀ ਅਸੀਂ ਕਹਿੰਦੇ ਆਪਣੇ ਕੰਨਾਂ ਨੂੰ ਪਾੜ ਕੇ ਚੀਰ ਕੇ ਤੇ ਵਿੱਚ ਬਲੌਰ ਕੱਚ ਦੀਆਂ ਮੁੰਦਰਾਂ ਪਾ ਕੇ ਜਿਹੜੇ ਰੱਖਾਂਗੇ, ਮੁੰਦਰਾਂ ਵੀ ਨਹੀਂ ਪਾਵਾਂਗੇ, ਕੰਨ ਵਿੱਚ ਸਵਾਰਾਂਗੇ ਨਹੀਂ ਮੁੰਦਰਾਂ ਨਾਲ। ਨਹੀਂ ਤਾਂ ਸਿੱਧਾ ਨਾਥਾਂ ਦਾ ਇਹ ਕਹਿਣਾ ਵੀ ਜੇ ਮੁੰਦਰਾਂ ਪਾ ਲਈਏ ਕੰਨ 'ਚ ਅਤੇ ਕਾਮ ਵਾਸ਼ਨਾ ਜਿਹੜੀ ਉਹ ਘਟ ਜਾਂਦੀ ਹੈ, ਕਾਮ ਵਾਸ਼ਨਾ ਪ੍ਰਬਲ ਨਹੀਂ ਹੁੰਦੀ। ਪਰ ਉੱਧਰ ਮਛਿੰਦਰ ਨਾਥ ਨੇ ਵੀ ਕੰਨ ਪਾੜੇ ਹੀ ਸਨ, ਪਰ ਜਿੰਨੀ ਕਾਮ ਦੀ ਦ੍ਰਿਸ਼ਟੀ ਮਛਿੰਦਰ ਨਾਥ ਦੀ ਹੋਈ ਉਹ ਕਿਸੇ ਦੀ ਨਹੀਂ ਹੋਈ। ਰਾਜੇ ਦੀ ਕਾਇਆ ਵਿੱਚ ਪ੍ਰਵੇਸ਼ ਕਰਕੇ ਤੇ ਰਾਣੀਆਂ ਨਾਲ ਸੰਬੰਧ ਕਰਦਾ ਸੀ। ਇਸ ਤਰ੍ਹਾਂ ਉਹ ਮੁੰਦਰਾਂ ਜੇ ਕੰਨ 'ਚ ਪਾਇਆ ਕਾਮ ਮਰ ਜੇ ਅਤੇ ਫਿਰ ਤਾਂ ਬੜੀ ਸੌਖੀ ਗੱਲ ਹੈ, ਅਤੇ ਸਾਰੇ ਵੱਸ ਕਰੀ ਫਿਰਨ। ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਗੋਰਖਨਾਥ, ਮਛਿੰਦਰ ਨਾਥ, ਘੁੱਗੂ ਨਾਥ, ਸਿੱਧਨਾਥ ਜਿਹੜੇ ਹੋਏ ਹੈ, ਭੰਗਰ ਨਾਥ ਵਰਗੇ, ਝੰਗਰ ਨਾਥ ਵਰਗੇ, ਜਿਵੇਂ ਉਹਨਾਂ ਮੁੰਦਰਾਂ ਪਾਈਆਂ ਵੇ ਅਸੀਂ ਕੰਨਾਂ ਵਿੱਚ ਮੁੰਦਰਾਂ ਵੀ ਨਹੀਂ ਪਾ ਕੇ ਰੱਖਾਂਗੇ, ਮੁੰਦਰਾਂ ਵੀ ਨਹੀਂ ਪਾਵਾਂਗੇ। ਜਪੋ ਤਾਸ ਨਾਮੰ, ਬਸ ਉਸ ਵਾਹਿਗੁਰੂ ਦਾ ਇਕੱਲਾ ਨਾਮ ਹੀ ਜਪਾਂਗੇ। ਸਰਾ ਸਰਬ ਕਾਮੰ, ਜਿਸ ਨਾਮ ਦੇ ਜਪਣ ਨਾਲ ਸਾਰੇ ਕੰਮ ਸੌਰ ਜਾਂਦੇ ਹੈ, ਜਿਸ ਨਾਮ ਦੇ ਜਪਣ ਨਾਲ ਸਾਰੇ ਕੰਮ ਸਵਾਰੇ ਜਾਂਦੇ ਆ। ਇਸ ਕਰਕੇ ਸਾਨੂੰ ਵੀ ਸਿੱਖਿਆ ਹੀ ਭਾਈ ਨਾਮ ਹੀ ਜਪੋ, ਕੰਮ ਕੋਈ ਸਵਾਰਨਾ ਹੈ ਤਾਂ ਕਾਹਨੂੰ ਐਵੇਂ ਗੇੜੇ ਕੱਢਣੇ ਕਿਸੇ ਪਖੰਡੀ ਸਾਧ ਦੇ। ਨਾ ਨਾਨੰ ਮਿਚਾਓ, ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਵੇਂ ਬੰਗਲੇ ਵਾਂਗ ਕੋਈ ਪਖੰਡੀ ਨੇਤਰ ਬੰਦ ਕਰ ਲੈਂਦੇ ਆ, ਇਸੇ ਤਰ੍ਹਾਂ ਅਸੀਂ ਜਿਹੜੇ ਨੇਤਰ ਵੀ ਨਹੀਂ ਬੰਦ ਕਰਾਂਗੇ, ਅੱਖਾਂ ਮੀਟ ਕੇ ਬਗਲ ਸਮਾਧੀ ਨਹੀਂ ਲਾਵਾਂਗੇ, ਬਗਲੇ ਨਹੀਂ ਬਣਾਂਗੇ। ਨਾ ਡਿੰਬੰ ਦਿਖਾਓ, ਤੇ ਨਾ ਹੀ ਸਤਿਗੁਰੂ ਕਹਿੰਦੇ ਡਿੰਬ ਜਿਹੜਾ ਪਖੰਡ ਹੈ ਉਹ ਪਖੰਡ ਵੀ ਨਹੀਂ ਦਿਖਾਵਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਸਮੇਂ ਉਹ ਇੱਕ ਬੈਠਾ ਸੀ ਨਾ ਪਖੰਡ ਕਰਨ ਲਈ, ਅੱਖਾਂ ਬੰਦ ਕਰ ਲੈਂਦਾ, ਮੈਨੂੰ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਅਤੇ ਤਿੰਨਾਂ ਲੋਕਾਂ ਦਾ ਗਿਆਨ ਸਤਿਗੁਰੂ ਜੀ ਨੂੰ ਵੀ ਕਹਿੰਦਾ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਅਗਲੇ ਪਾਸੇ ਨੇ ਰੱਖੀ ਸੀ ਗੋਲਕ ਜੀ ਆਪਣੀ, ਜਿਸ 'ਚ ਪੈਸੇ ਪੈਂਦੇ ਸਨ, ਉਹ ਬਾਟੀ ਜੀ ਦੀ ਲੁਕਾ ਦਿੱਤੀ ਸੀ। ਫਿਰ ਉਹ ਜਦੋਂ ਸਾਹਮਣੇ ਨਾ ਦਿਖੀ ਅਤੇ ਰੋਵੇ, ਮਹਾਰਾਜ ਮੇਰੀ ਬਾਟੀ ਕਿੱਥੇ ਚਲੀ ਗਈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੈਨੂੰ ਤਾਂ ਤਿੰਨਾਂ ਲੋਕਾਂ ਦਾ ਗਿਆਨ ਹੈ ਭਾਈ, ਅਤੇ ਤਿੰਨਾਂ ਲੋਕਾਂ ਤੋਂ ਬਾਹਰ ਕਿੱਥੇ ਜਾਣਾ, ਤੇਰੀ ਮਾਇਆ ਵੇਖ ਲਾ ਧਿਆਨ ਲਾ ਕੇ। ਫਿਰ ਕਹਿੰਦਾ ਮਹਾਰਾਜ ਧਿਆਨ ਤੇ ਹੁਣ ਕਾਹਦਾ ਲਾਉਣਾ, ਕਲਯੁੱਗ ਦੇ ਵਿੱਚ ਪਖੰਡ ਨੂੰ ਲੋਕ ਪੂਜਦੇ ਤਾਂ ਪਖੰਡ ਰਚਿਆ ਰੋਟੀ ਪਾਣੀ ਚੱਲੀ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਜੇ ਤੂੰ ਪਖੰਡ ਹੀ ਕਰਦਾ ਉਹਦੇ ਨਾਂ ਦਾ ਤਾਂ ਤੇਰਾ ਰੋਟੀ ਪਾਣੀ ਚੱਲ ਰਿਹਾ, ਜੇ ਤੂੰ ਸੱਚਮੁੱਚ ਕਰੇ ਤਾਂ ਕੀ ਤੈਨੂੰ ਘਾਟ ਰਹੇਗੀ। ਦਿਲੋਂ ਨਾਮ ਜਪ ਸਭ ਕੁਝ ਮਿਲੇ ਜਾਏਗਾ। ਫਿਰ ਕਹਿੰਦਾ ਮਹਾਰਾਜ ਕਲਯੁੱਗ ਵਿੱਚ ਲੋਕ ਪੂਜਦੇ ਪਖੰਡ ਨੂੰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਜਿੱਥੇ ਤੂੰ ਬੈਠਾ ਨਾ, ਇੱਥੇ 7 ਪਾਤਸ਼ਾਹੀਆਂ ਦਾ ਖਜ਼ਾਨਾ ਪਿਆ ਹੈ, ਉਹ ਪੁੱਟ ਕੇ ਵੇਖ, ਤੈਨੂੰ ਲੋੜ ਹੀ ਨਹੀਂ ਪਏਗੀ ਅਤੇ ਘਰ ਬਹਿ ਕੇ ਨਾਮ ਜਪ, ਕਮੀ ਨਹੀਂ ਰਹਿ ਜਾਏਗੀ। ਫਿਰ ਉਹ ਪੁੱਟ ਕੇ ਵੇਖਿਆ ਇੰਨਾ ਖਜ਼ਾਨਾ ਅਤੇ ਸਤਿਗੁਰੂ ਕੇ ਚਰਨੀ ਪਿਆ ਸੀ। ਪਰ ਪਹਿਲਾਂ ਪਖੰਡੀ ਸੀ ਵੀ ਨੇਤਰ ਵੀ ਬੰਦ ਕਰਦਾ ਸੀ, ਪਖੰਡ ਵੀ ਦਿਖਾਉਂਦਾ ਸੀ, ਲੋਕਾਂ ਨੂੰ ਕਹਿੰਦਾ ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੈ। ਮਹਾਰਾਜ ਕਹਿੰਦੇ ਨਾ ਨੈਣਕ ਮਿਚਾਊਂ, ਐਵੇਂ ਨੇਤਰ ਬੰਗਲੇ ਵਾਂਗ ਨਹੀਂ ਮੀਟ ਕੇ ਸਮਾਧੀ ਨਹੀਂ ਲਾਵਾਂਗੇ, ਨਾ ਡਿੰਬੰ ਦਿਖਾਉ ਨਾ ਪਖੰਡੀ ਦਿਖਾਵਾਂਗੇ। ਨਾ ਕੋ ਕਰਮੰ ਕਮਾਓ, ਤੇ ਨਾ ਖੋਟੇ ਕਰਮ ਹੀ ਕਮਾਵਾਂਗੇ, ਮਾੜੇ ਕਰਮ
ਆ ਕਈ ਹੈਗੇ ਆ ਨਾ ਭੇਖ ਜਿਹਾ ਬਣਾ ਕੇ ਤੇ ਖੋਟੇ ਕਰਮ ਹੀ ਕਰਦੇ ਆ। ਆਸਾ ਰਾਮ ਵਰਗੇ ਜਿਹੜੇ ਬਾਪੂ ਬਣੇ ਸਨ ਸਾਰੇ ਦੇਸ਼ ਦੇ ਤੇ ਨਿਕਲੇ ਪਿਓ, ਉਹ ਆਸਾ ਰਾਮ, ਰਾਮ ਰਹੀਮ, ਆਸੂ ਤੋਸ਼, ਕਿਹਦੇ ਨਾਮ ਲਈਏ, ਕਹਿੰਦੇ ਨਾਮ ਉੱਦਾਂ ਹੀ ਨਹੀਂ ਆਉਂਦੇ। ਇਹ ਖੋਟੇ ਕਰਮ ਕਮਾਉਂਦੇ ਸਨ। ਗੁਰੂ ਸਾਹਿਬ ਕਹਿੰਦੇ ਖੋਟੇ ਕਰਮ ਨਹੀਂ ਕਮਾਵਾਂਗੇ, ਇਹੋ ਜਿਹਾ ਅਸੀਂ ਲਿਬਾਸ ਧਾਰਾਂਗੇ ਨਹੀਂ। ਖੋਟੇ ਕਰਮ ਵੀ ਕਿਸੇ ਨੂੰ ਕਹਾਂਗੇ ਆਪ ਨਾ ਕਰੋ, ਅਤੇ ਜਿਹੜਾ ਹੈ ਵੀ ਮਾੜੇ ਕੰਮ ਆ ਭਾਈ ਕਰੋ ਅਤੇ ਆਪ ਕਰਾਂਗੇ, ਇਹੋ ਜਿਹੇ ਕੰਮ ਨਹੀਂ ਕਰਾਂਗੇ। ਉਹ ਜਿਵੇਂ ਕੋਈ ਪੰਡਿਤ ਸੀ ਅਤੇ ਉਹਦੀ ਕਥਾ ਹੁੰਦੀ ਹੈ, ਉਹ ਪੰਡਿਤ ਵਿਦਵਾਨ ਕਥਾ ਕਿਤੇ ਕਰ ਰਿਹਾ ਸੀ ਆਪਣੇ, ਉਹਦੇ ਕੋਲ ਲੋਕ ਕਥਾ ਸੁਣਨ ਆਉਂਦੇ। ਕਥਾ ਕਰਦਾ ਕਰਦਾ ਸੁਣਾਉਣ ਲੱਗ ਪਿਆ ਪ੍ਰਸੰਗ। ਕਹਿੰਦਾ ਇੱਕ ਵਾਰ ਦੀ ਗੱਲ, ਮਾਤਾ ਲਛਮੀ ਇਹਨੇ ਜਿਹੜੇ ਆ ਬਤੌਂ ਬਣਾਏ ਸਨ, ਬਤੌਂ ਬਣਾ ਰਹੇ ਸੀ ਮਾਤਾ ਲਛਮੀ ਜੀ, ਧਰੇ ਹੋਏ ਸਨ। ਅਤੇ ਇੱਧਰੋਂ ਨਾਰਦ ਮੁਨੀ ਜੀ ਆ ਗਏ। ਇਹ ਪੰਡਿਤ ਪ੍ਰਸੰਗ ਸੁਣਾਉਣ ਡਿਆ ਸੀ, ਜਿਹੜੇ ਲੋਕ ਆਏ ਉਹਦੇ ਕੋਲ। ਕਹਿ ਰਿਹਾ ਸੀ ਬਤੌਂ ਬੜੇ ਮਾੜੇ, ਅਤੇ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ ਵੀ ਇੱਕ ਵਾਰ ਲਛਮੀ ਮਾਤਾ ਨੇ ਬਤੌਂ ਧਰੇ। ਨਾਰਦ ਮੁਨੀ ਜੀ ਆ ਕੇ ਕਹਿੰਦੇ ਮਾਤਾ ਜੀ ਮੈਨੂੰ ਭੁੱਖ ਬੜੀ ਲੱਗੀ ਹੈ, ਮੈਨੂੰ ਦਵਾ ਦਵਾ ਭੜਥਾ ਖਵਾਓ। ਅਤੇ ਮਾਤਾ ਲਛਮੀ ਜੀ ਨੇ ਕਿਹਾ ਵੀ ਨਾਰਦ ਤੂੰ ਕਾਹਲਾ ਨਾ ਪੈ, ਪਹਿਲਾਂ ਭਗਵਾਨ ਜੀ ਛਕਣਗੇ, ਭਗਵਾਨ ਜੋ ਛਕ ਲੈਣਗੇ ਉਹ ਸੀਤ ਪ੍ਰਸ਼ਾਦ ਫਿਰ ਮੈਂ ਛਕਾਂਗੀ ਅਤੇ ਫਿਰ ਤੂੰ ਵੀ ਛਕ ਲੈਣਾ ਨਾਲ। ਪਰ ਨਾਰਦ ਮੁਨੀ ਜੀ ਨੇ ਜਿੱਦ ਕੀਤੀ, ਨਹੀਂ ਮਾਤਾ ਮੈਨੂੰ ਹੁਣੇ ਦੇ, ਮੈਨੂੰ ਭੁੱਖ ਬੜੀ ਲੱਗੀ ਹੈ। ਮੰਗੀ ਗਏ, ਜਦੋਂ ਦਿੱਤਾ ਨਹੀਂ ਹੈ ਅਖੀਰੀ ਉਹ ਫਿਰ ਭੁੱਖ ਨਾਲ ਸਤੇ ਹੋਏ ਨਾਰਦ ਮੁਨੀ ਜੀ ਨੇ ਕਹਿ ਦਿੱਤਾ ਕਿ ਮਾਤਾ ਲਛਮੀ ਨੂੰ ਵੀ ਜਾ ਕੇ ਰਾਖਸ਼ਣੀ ਬਣ। ਭਗਤੀ ਸੀ, ਭਗਤੀ ਦਾ ਪ੍ਰਤਾਪ ਸੀ, ਜਿਸ ਕਰਕੇ ਫਿਰ ਬ੍ਰਿੰਦਾ ਰਾਖਸ਼ਣੀ ਬਣੀ। ਭਗਵਾਨ ਨੂੰ ਦੱਸਿਆ ਸੀ, ਭਗਵਾਨ ਕਹਿੰਦੇ ਵੀ ਇਹ ਤਾਂ ਬਣਨਾ ਹੀ ਪੈਣਾ ਹੁਣ। ਜਦੋਂ ਮੰਗਿਆ ਤਾਂ ਕਿਹੜੀ ਗੱਲ ਸੀ, ਭਗਤ ਨੂੰ ਮੋੜਨਾ ਨਹੀਂ ਸੀ ਚਾਹੀਦਾ। ਚਲੋ ਕੋਈ ਨਹੀਂ, ਜੇ ਮੰਗਿਆ ਭੁੱਖੇ ਨੂੰ ਛਕਾਉਣਾ ਚਾਹੀਦਾ ਸੀ, ਤੂੰ ਕਿਉਂ ਮੋੜਿਆ, ਹੁਣ ਤਾਂ ਬਣਨਾ ਹੀ ਪਊਗਾ। ਅਤੇ ਉਹ ਫਿਰ ਬਣੇ, ਮਾਤਾ ਲਛਮੀ ਜੀ ਰਾਖਸ਼ਣੀ ਬਣੀ ਸੀ। ਅਤੇ ਇਹ ਪੰਡਿਤ ਕਥਾ ਸੁਣਾ ਰਿਹਾ ਸੀ ਵੀ ਵੇਖ ਲਓ ਬਤੌਂ ਇੰਨੇ ਮਾੜੇ ਆ, ਮਾਤਾ ਲਛਮੀ ਨੂੰ ਵੀ ਰਾਖਸ਼ਣੀ ਬਣਾ ਦਿੱਤਾ ਇਹਨਾਂ ਨੇ, ਇਸ ਕਰਕੇ ਬਤੌਂ ਨਹੀਂ ਖਾਣੀ ਚਾਹੀਦੀ, ਇਹ ਗੱਲ ਕਹਿਣ ਡਿਆ ਸੀ। ਅਤੇ ਉਸੇ ਪੰਡਾਲ 'ਚ ਇਹਦੀ ਘਰ ਦੀ ਬੈਠੀ ਸੀ ਵੀ ਬਤੌਂ ਬੜੇ ਮਾੜੇ, ਬਤੌਂ ਖਾਣੇ ਨਹੀਂ ਚਾਹੀਦੇ। ਅਤੇ ਉੱਧਰੋਂ ਕਿਤੇ ਜਦੋਂ ਕਥਾ ਸੁਣਾਉਣ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਇਹ ਬਤੌਂ ਲੈ ਕੇ ਦੇ ਕੇ ਆਇਆ ਸੀ ਵੀ ਤੂੰ ਬਣਾਉਣੇ ਅੱਜ। ਫਿਰ ਜਦੋਂ ਘਰ ਆਇਆ ਅਤੇ ਘਰ ਆ ਕੇ ਉੱਥੇ ਆਪਣੀ ਘਰਵਾਲੀ ਨੂੰ ਇਸ਼ਾਰਾ ਜਿਹਾ ਕਰ, ਉਹਨੇ ਲੈ ਕੇ ਮੂੰਗੀ ਦੀ ਦਾਲ ਰੱਖਤੀ, ਬਤੌਂ ਜਿਹੜੇ ਬਣਾਏ ਨੇ ਸੁੱਟਤੇ ਬਾਹਰ। ਮੂੰਗੀ ਦੀ ਦਾਲ ਜੇ ਅੱਗੇ ਰੱਖੀ ਅਤੇ ਇਸ਼ਾਰੇ ਜੇ ਕਰੇ ਹੱਥਾਂ ਨਾਲ ਵੀ ਉਹ ਕਿੱਥੇ ਆ ਜੋ ਮੈਂ ਦੇ ਕੇ ਗਿਆ ਸੀ। ਉਹ ਕਹਿੰਦੀ ਸਵਾਮੀ ਜੀ ਤੁਸੀਂ ਆਪੇ ਤਾਂ ਕਹਿਣ ਡੇ ਸੀ ਵੀ ਬਤੌਂ ਬੜੇ ਮਾੜੇ ਅਤੇ ਰਾਖਸ਼ਣੀ ਬਣਾ ਦਿੰਦੇ ਆ, ਇਸ ਕਰਕੇ ਮੈਂ ਸੁੱਟ ਦਿੱਤੇ। ਉਹ ਪੰਡਿਤ ਕਹਿਣ ਲੱਗਾ, ਉਹ ਮੂਰਖ ਇਸਤਰੀਏ, ਇਹ ਲੋਕਾਂ ਵਾਸਤੇ ਗੱਲਾਂ ਹੁੰਦੀਆਂ, ਆਪਣੇ ਵਾਸਤੇ ਥੋੜ੍ਹੀ। ਇਹ ਤਾਂ ਲੋਕਾਂ ਨੂੰ ਕਹਿਣ ਵਾਸਤੇ ਆ, ਅਤੇ ਤੂੰ ਬਤੌਂ ਇੰਨੇ ਮਹਿੰਗੇ ਭਾਅ ਦੇ ਸੁੱਟ ਕੇ ਅਤੇ ਸਾਰੀ ਡੰਡ ਲਾ ਦਿੱਤੀ ਹੈ। ਇਵੇਂ ਉਹ ਵੀ ਜਿਹੜਾ ਕਹਿਣਾ ਅਤੇ ਆਪ ਨਾ ਕਰਨਾ, ਅਤੇ ਸੱਚੇ ਪਾਤਸ਼ਾਹ ਇਹ ਵੀ ਤਾਂ ਇੱਕ ਖੋਟਾ ਕਰਮ ਹੀ ਹੈ ਨਾ। ਅਤੇ ਗੁਰੂ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਜਿਹੜਾ ਖੋਟਾ ਕਰਮ ਹੈ ਨਾ, ਉਹ ਨਹੀਂ ਅਸੀਂ ਕਮਾਵਾਂਗੇ, ਉਹ ਨਹੀਂ ਕਰਾਂਗੇ। ਨਾ ਭੇਖੀ ਕਹਾਓ, ਨਾ ਇਹ ਭੇਖੀ ਕਹਾਵਾਂਗਾ। ਭੇਖੀ ਬਣ ਕੇ, ਪਖੰਡੀ ਬਣ ਕੇ, ਐਵੇਂ ਲਿਬਾਸ ਜਿਹਾ ਧਾਰ ਕੇ ਕੋਈ ਭੇਖੀ ਨਹੀਂ ਕਹਾਵਾਂਗਾ ਵੀ ਫਲਾਣੇ ਭੇਖ 'ਚੋਂ ਹਨ, ਇਹ ਦੁਸ਼ਟ ਦਮਨ ਜੀ ਆਏ ਹੋਏ, ਐਵੇਂ ਭੇਖੀ ਵੀ ਨਹੀਂ ਸਤਿਗੁਰੂ ਜੀ ਕਹਿੰਦੇ ਅਸੀਂ ਕਹਾਵਾਂਗੇ। ਜੋ ਅਕਾਲੀ ਧਰਮ ਪਰਮੇਸ਼ਰ ਨੇ ਦੱਸਿਆ ਉਹਦੇ ਵਿੱਚ ਪੂਰੇ ਰਹਾਂਗੇ, ਉਹੀਓ ਕਰਾਂਗੇ ਜੋ ਉਸ ਵਾਹਿਗੁਰੂ ਨੇ ਕਿਹਾ ਹੈ, ਉਸੇ ਤਰ੍ਹਾਂ ਦਾ ਪੰਥ 'ਚ ਕਾਇਮ ਕਰਾਂਗੇ। ਇਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਆਪਣੀ ਕਥਾ ਸੁਣਾ ਰਹੇ ਹਨ, ਅੱਗੇ ਜੋ ਰਹਿੰਦੀ ਕਥਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖੇਮਾ ਵਿਚਾਰਾਂ ਦੀ ਸਮਾਪਤੀ ਹੈ। ਨਾਨੰ ਮਿਟਾਓ ਨਾ
ਡਿੰਬੰ ਦਿਖਾਓ ਨਾ ਕੋ ਕਰਮੰ ਕਮਾਓ ਨਾ ਭੇਖੀ ਕਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।